ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਰਾਣਾ ਹਰਸਿਮਰਨਜੀਤ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਤੁਹਾਡਾ ਆਪਣਾ ਪ੍ਰੋਗਰਾਮ ਲੋਕਾਂ ਦੀ ਕਚਹਿਰੀ ਲੈ ਕੇ ਤੁਹਾਡੇ ਸਨਮੁਖ ਹਾਜ਼ਰ ਹੈ ਜੀ। ਉਮੀਦ ਕਰਦਾ ਸਾਰੇ ਰਾਜੀ ਖੁਸ਼ੀ ਹੋਵੋਗੇ। ਤਾਂ ਦੋਸਤੋ, ਅੱਜ ਤੁਹਾਡੀ ਕਚਹਿਰੀ ਦੇ ਵਿੱਚ ਇੱਕ ਅਸੀਂ ਬੜਾ ਹੀ ਗੰਭੀਰ ਮੁੱਦਾ ਹੈ ਜਿਹੜਾ ਲੈ ਕੇ ਆਏ ਹਾਂ। ਤਾਂ ਪਿਛਲੇ ਕੁਝ ਮੁੱਦਿਆਂ ਤੋਂ ਥੋੜਾ ਵੱਖਰਾ ਹੋਊਗਾ। ਪਿੱਛੇ ਆਪਾਂ ਥੋੜੀ ਸਮਾਜਿਕ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਆ ਰਹੇ ਸੀ। ਤਾਂ ਦੋਸਤੋ, ਕੁਝ ਮੁੱਦੇ ਹੁੰਦੇ ਨੇ ਜਿਹੜੇ ਵਕਤੀ ਹੁੰਦੇ ਨੇ ਤੇ ਕੁਝ ਮੁੱਦੇ ਹੁੰਦੇ ਨੇ ਜਿਹੜੇ ਬੜੇ ਲੰਬੇ ਸਮੇਂ ਤੋਂ ਸਾਡੇ ਸਮਾਜ ਦੇ ਨਾਲ ਚੱਲਦੇ ਆ ਰਹੇ ਹੁੰਦੇ ਨੇ ਤੇ ਅਸੀਂ ਉਹਨਾਂ ਨੂੰ ਬੜੇ ਹੀ ਅਣਗੌਲਿਆਂ ਕਰਕੇ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਅੱਗੇ ਬਸਰ ਕਰਦੇ ਜਾ ਰਹੇ ਹੁੰਦੇ ਆ। ਪਰ ਕਿਤੇ ਨਾ ਕਿਤੇ ਸਾਡੀ ਜ਼ਿੰਦਗੀ ਉਹਨਾਂ ਦੇ ਨਾਲ ਜੁੜੀ ਹੁੰਦੀ ਹੈ, ਉਹਨਾਂ ਦੇ ਉੱਤੇ ਨਿਰਭਰ ਕਰਦੀ ਹੁੰਦੀ ਹੈ। ਤਾਂ ਆਉਣ ਵਾਲੀਆਂ ਨਸਲਾਂ ਵੀ ਉਸ ਦੇ ਉੱਤੇ ਨਿਰਭਰ ਕਰਦੀਆਂ ਹੁੰਦੀਆਂ ਨੇ। ਤਾਂ ਇਸ ਕਰਕੇ ਸਾਡੀ ਨੈਤਿਕ ਹੈ ਜਿਹੜੀ ਜ਼ਿੰਮੇਵਾਰੀ ਬਣ ਜਾਂਦੀ ਹੈ ਉਹਨਾਂ ਮੁੱਦਿਆਂ ਦੇ ਉੱਤੇ ਚਰਚਾ ਕਰਨਾ, ਉਹਨਾਂ ਮੁੱਦਿਆਂ ਦੇ ਉੱਤੇ ਕੰਮ ਕਰਨਾ ਤੇ ਉਹਨਾਂ ਮੁੱਦਿਆਂ ਨੂੰ ਸੁਲਝਾਉਣਾ। ਤਾਂ ਇਸੇ ਤਰ੍ਹਾਂ ਦਾ ਹੀ ਅੱਜ ਇੱਕ ਮੁੱਦਾ ਹੈ ਜਿਹੜਾ ਸਾਡੇ ਪੰਜਾਬ ਦੇ ਪਾਣੀਆਂ ਦਾ, ਸਾਡੇ ਪੰਜਾਬ ਦੇ ਧਰਤੀ ਹੇਠਲੇ ਪਾਣੀ ਦਾ ਤੇ ਸਾਡੇ ਜਿਹੜੇ ਧਰਤੀ ਤੋਂ ਨੈਚੁਰਲ ਪਾਣੀ ਆ ਰਿਸੋਰਸਿਸ ਨੇ ਉਹਨਾਂ ਦਾ। ਕਿਉਂਕਿ ਵਰਲਡ ਲੈਵਲ ਤੇ ਤੁਸੀਂ ਸੁਣਦੇ ਆ ਰਹੇ ਹੋਵੋਗੇ ਵੱਖ-ਵੱਖ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਉਹ ਇਸ ਗੰਭੀਰ ਵਿਸ਼ੇ ਦੇ ਉੱਤੇ ਬਹੁਤ ਚਰਚਾ ਕਰ ਰਹੀਆਂ ਨੇ। ਆਪਣੀ ਪਬਲਿਕ ਨੂੰ, ਲੋਕਾਂ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਤੇ ਉਹਨਾਂ ਨੂੰ ਸੁਲਝਾਉਣ ਦੇ ਵੱਡੇ-ਵੱਡੇ ਤੇ ਵੱਖ-ਵੱਖ ਜਿਹੜੇ ਉਹ ਉਪਰਾਲੇ ਕਰ ਰਹੇ ਨੇ। ਤਾਂ ਇਸੇ ਤਰ੍ਹਾਂ ਹੀ ਸਾਡੇ ਪੰਜਾਬ ਤੋਂ ਵੀ ਜੋ ਸਾਡੇ ਪੰਜਾਬ ਦੇ ਦਰਦੀ, ਸਾਡੇ ਪੰਜਾਬ ਦੇ ਚਿੰਤਕ, ਤਾਂ ਉਹਨਾਂ ਵੱਲੋਂ ਵੀ ਇੱਕ ਨਵਾਂ ਪਲੇਟਫਾਰਮ ਹੈ ਜਿਹੜਾ ਉਹ ਤਿਆਰ ਕਰਕੇ ਇੰਡੀਪੈਂਡੈਂਟਲੀ ਸਾਡੇ ਲੋਕਾਂ ਨੂੰ ਜਿਹੜਾ ਜਾਗਰੂਕ ਕੀਤਾ ਜਾ ਰਿਹਾ ਕਾਫੀ ਪਿਛਲੇ ਕੁਝ ਸਾਲਾਂ ਤੋਂ। ਤਾਂ ਉਹਨਾਂ ਦੇ ਨਾਲ ਮਿਲ ਕੇ ਆਪਾਂ, ਜਿਵੇਂ ਤੁਹਾਨੂੰ ਦੱਸਿਆ ਸੀਗਾ, ਇੱਕ ਆਪਾਂ ਪੰਜਾਬ ਦੇ ਇਨਵਾਇਰਮੈਂਟਲ ਤੇ ਐਗਰੀਕਲਚਰ ਸਿਸਟਮ ਦੇ ਬੇਸਡ ਕੁਝ ਪ੍ਰੋਗਰਾਮਾਂ ਦੀ ਲੜੀ ਤੁਹਾਡੇ ਨਾਲ ਲੈ ਕੇ ਆਵਾਂਗੇ। ਤਾਂ ਉਸ ਦੇ ਬਾਬਤ ਅੱਜ ਪਹਿਲੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਪ੍ਰੋਫੈਸਰ ਸੁਖਜੀਤ ਸਿੰਘ ਜੀ ਨੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਤੋਂ, ਜੋ ਸਾਡੇ ਨਾਲ ਅੱਜ ਇਸ ਵਿਸ਼ੇ ਦੇ ਉੱਤੇ ਚਰਚਾ ਕਰਨਗੇ। ਤਾਂ ਸਭ ਤੋਂ ਪਹਿਲਾਂ ਤਾਂ ਮੈਂ ਪ੍ਰੋਫੈਸਰ ਸਾਹਿਬ ਦਾ ਸਵਾਗਤ ਹੈ ਪ੍ਰੋਫੈਸਰ ਸਾਹਿਬ ਤੁਹਾਡਾ ਸਾਡੇ ਰੇਡੀਓ ਸਪਾਈਸ ਤੇ। ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਜਿਤਨੇ ਵੀ ਆਡੀਅנס ਤੁਹਾਡੇ ਚੈਨਲ ਨੂੰ ਸੁਣ ਰਹੀ ਹੈ, YouTube ਦੇ ਰਾਹੀਂ ਦੇਖ ਰਹੀ ਹੈ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤਾਂ ਪ੍ਰੋਫੈਸਰ ਸਾਹਿਬ, ਆਪਾਂ ਚਰਚਾ ਅੱਜ ਇੱਥੋਂ ਹੀ ਸ਼ੁਰੂ ਕਰਾਂਗੇ ਬਿਕੋਜ਼ ਅਸੀਂ ਸਾਰੇ ਗੱਲ ਕਰਦੇ ਹੁੰਦੇ ਹਾਂ ਵੀ ਜਲ ਹੀ ਜੀਵਨ ਹੈ ਤੇ ਜਲ ਹੀ ਇੱਕ ਮਨੁੱਖੀ, ਇੱਕ ਸੰਜੀਵ ਜਿਹੜੇ ਵੀ ਸਾਡੇ ਇਸ ਪਲੈਨਟ, ਇਸ ਧਰਤੀ ਦੇ ਉੱਤੇ, ਚਾਹੇ ਉਹ ਪੇੜ ਪੌਦੇ ਹੋਣ, ਚਾਹੇ ਉਹ ਜਾਨਵਰ, ਪਸ਼ੂ ਪਕਸ਼ੀ ਜਾਂ ਅਸੀਂ ਖੁਦ ਮਨੁੱਖ ਹਾਂ, ਤਾਂ ਸਾਡਾ ਇੱਕ ਜੀਵਨ ਹੈ ਜਿਹੜਾ ਉਹ ਪਾਣੀ ਤੇ ਨਿਰਭਰ ਕਰਦਾ ਹੈ ਤੇ ਸਾਡੀ ਹੋਂਦ ਹੈ ਜਿਹੜੀ ਉਸਦੇ ਨਾਲ ਹੀ ਕਾਇਮ ਹੈ। ਤਾਂ ਪ੍ਰੋਫੈਸਰ ਸਾਹਿਬ, ਮੈਂ ਤੁਹਾਡੇ ਤੋਂ ਇੰਪ੍ਰੈਸ ਹੋ ਕੇ ਤੁਹਾਡੇ ਕੰਮ ਨੂੰ ਮੈਂ ਦੇਖ ਕੇ ਫਿਰ ਤੁਹਾਡੇ ਤੋਂ ਟਾਈਮ ਮੰਗਿਆ ਸੀਗਾ। ਤਾਂ ਅੱਜ ਆਪਣਾ ਇੱਕ ਵਿਸ਼ਾ ਰਹੂਗਾ ਵੀ ਆਪਾਂ ਜੋ ਸਾਡੇ ਪੰਜਾਬ ਦੀ, ਜੋ ਸਾਡੀ ਆਡੀਅנס ਹੋਊਗੀ, ਉਹਨਾਂ ਦੇ ਵਿੱਚ ਇੱਕ ਚਿਣਕ ਤੇ ਇੱਕ ਚਿੰਤਾ ਜਗਾ ਸਕੀਏ। ਤਾਂ ਤੁਸੀਂ ਸਭ ਤੋਂ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਇਹ ਦੱਸਿਓ ਵੀ ਸਾਡੇ ਪੰਜਾਬ ਦੀ ਜਿਹੜੀ ਅੱਜ ਦੀ ਮੌਜੂਦਾ ਸਥਿਤੀ ਹੈ, ਅਸੀਂ ਅੱਜ ਕਿੱਥੇ ਖੜ ਗਏ ਹਾਂ ਤੇ ਅਸੀਂ ਕਿੱਥੋਂ ਚੱਲ ਕੇ ਇੱਥੇ ਤੱਕ ਪਹੁੰਚੇ ਹਾਂ। ਕਿਉਂਕਿ ਪੰਜਾਬ ਨੂੰ 5 ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ। ਸਾਡੇ ਕੋਲ ਨੈਚੁਰਲ ਰਿਸੋਰਸਿਸ ਵੀ ਬਹੁਤ ਵੱਡੇ ਪੱਧਰ ਤੇ ਨੇ ਪੰਜਾਬ ਕੋਲ ਪਾਣੀਆਂ ਦੇ। ਤੇ ਉਸ ਤੋਂ ਬਾਅਦ ਅੱਜ ਅਸੀਂ ਇੱਕ ਜਾਨੀ ਕਿ ਕਹਿ ਸਕਦੇ ਹਾਂ ਵੀ ਜਿਹੜੇ ਪਾਣੀ ਦੇ ਸੰਕਟ ਦੇ ਕਗਾਰ ਤੇ ਆ ਕੇ ਖੜ ਗਏ ਆ। ਤਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸਿਓ ਵੀ ਮੌਜੂਦਾ ਹਾਲਾਤ ਕੀ ਨੇ ਸਾਡੇ ਪੰਜਾਬ ਦੀ ਧਰਤੀ ਹੇਠਲੇ ਪਾਣੀ ਦੇ ਤੇ ਸਾਡੇ ਪੀਣਯੋਗ ਪਾਣੀ ਦੇ। ਜੀ। ਜਿਹੜਾ ਜਲ ਸੰਕਟ ਹੈ, ਜਿਹੜਾ ਪਾਣੀ ਦਾ ਸੰਕਟ ਹੈ, ਜ਼ਿਕਰ ਕਹਿ ਲਈਏ ਕਿ ਕੇਵਲ ਪੰਜਾਬ ਦੇ ਤੱਕ ਵੀ ਸੀਮਤ ਨਹੀਂ ਹੈ। ਸਾਨੂੰ ਹੋਰਾਂ ਤੋਂ ਵੀ ਨਾਲ ਦੀ ਨਾਲ ਦੇਖ ਕੇ ਚੱਲਣਾ ਪਊਗਾ ਕਿ ਦੁਨੀਆ ਕਿੱਥੋਂ ਸ਼ੁਰੂ ਹੋਈ ਤੇ ਕਿੱਥੇ ਆਈ ਹੈ। ਜਿਹੜੇ ਪੋਲੀਟਿਕਸ ਨੂੰ ਸਮਝਦੇ ਨੇ, ਜਿਹੜੇ ਜੀਓ ਪੋਲੀਟਿਕਸ ਦੇ ਮਾਹਰ ਨੇ, ਉਹ ਇਹ ਗੱਲ ਕਹਿੰਦੇ ਨੇ ਕਿ ਸੰਭਾਵਨਾ ਹੈ ਕਿ ਜਿਹੜੀ ਤੀਸਰਾ ਵਿਸ਼ਵ ਯੁੱਧ ਹੋਏਗਾ ਉਹ ਪਾਣੀਆਂ ਦੇ ਮਸਲੇ ਨੂੰ ਲੈ ਕੇ ਹੋਏਗਾ। ਕਿਉਂਕਿ ਪਾਣੀ ਹਰ ਇੱਕ ਨੂੰ ਚਾਹੀਦਾ। ਤੁਹਾਡੀ ਆਰਥਿਕਤਾ, ਮੁਲਕਾਂ ਦੀ, ਲੋਕਾਂ ਦਾ ਜੀਵਨ ਜਿਹੜਾ ਆ ਉਹ ਮੁੱਖ ਤੌਰ ਤੇ ਪਾਣੀ ਤੇ ਖੜਾ ਆ। ਹੁਣ ਤੱਕ ਜਿੰਨੀਆਂ ਵੀ ਸੱਭਿਅਤਾਵਾਂ ਪਹਿਲਾਂ ਵਸੀਆਂ ਸੀ, ਤੁਸੀਂ ਸਿੱਧੂ ਘਾਟੀ ਦੀ ਸੱਭਿਅਤਾ ਤੁਸੀਂ ਦੇਖ ਲਓ, ਮੋਹਨਜੋਦੜੋ ਤੋਂ ਦੇਖ ਲਓ, ਹੜੱਪਾ ਸੱਭਿਅਤਾ, ਜਿਹੜੀਆਂ ਵੀ ਪੁਰਾਣੀਆਂ ਆਪਾਂ ਸੱਭਿਅਤਾਵਾਂ ਦੇ ਵਸਣ ਦੇ ਬਾਰੇ ਸੋਚਦੇ ਹਾਂ ਜਾਂ ਪੜ੍ਹਦੇ ਹਾਂ, ਤਾਂ ਉਹ ਹਮੇਸ਼ਾ ਪਾਣੀ ਦੇ ਕੰਢੇ ਤੋਂ ਸ਼ੁਰੂ ਹੋਈਆਂ। ਉਹ ਕਿਸੇ ਨਾ ਕਿਸੇ ਨਦੀ ਦੇ ਕੰਢੇ ਤੋਂ ਵਸੀਆਂ ਸੀਗੀਆਂ। ਸੋ ਜਿਹੜਾ ਜਲ ਸੰਕਟ ਹੈ, ਬਹੁਤ ਸਾਰੇ ਮੁਲਕ ਐਸੇ ਨੇ ਜਿਨ੍ਹਾਂ ਦੇ ਕੋਲੇ ਪਾਣੀ ਬਹੁਤਾਤ ਦੇ ਵਿੱਚ ਹੈ। ਅਮਰੀਕਾ, ਕੈਨੇਡਾ ਆ, ਇਹਨਾਂ ਦੇ ਕੋਲੇ ਪਾਣੀ ਬਹੁ ਗਿਣਤੀ ਦੇ ਵਿੱਚ ਇੱਕ ਵੱਡਾ ਭੰਡਾਰ ਪਾਣੀ ਦਾ ਹੈ ਇਹਨਾਂ ਦੇ ਕੋਲ। ਇਸੇ ਤਰ੍ਹਾਂ ਹੀ ਕੁਝ ਮੁਲਕ ਐਸੇ ਹੈਗੇ ਨੇ, ਜਿਸ ਤਰ੍ਹਾਂ ਕੁਵੈਤ, ਜਿੰਨੇ ਵੀ ਅਰਬ ਮੁਲਕ ਹੈਗੇ ਨੇ ਕਹਿ ਲਈਏ ਤਾਂ, ਉਹਨਾਂ ਦੇ ਕੋਲ, ਭਾਰਤ ਕੋਲ, ਪਾਕਿਸਤਾਨ ਕੋਲ, ਆਪਣਾ ਪੰਜਾਬ ਹੈ, ਆਪਣੇ ਪੰਜਾਬ ਦੇ ਕੋਲ ਪਾਣੀ ਦੀ ਥੁੜ ਹੈਗੀ ਹੈ।
ਤੇ ਖਾਸ ਕਰਕੇ ਜਿਹੜਾ ਧਰਤੀ ਹੇਠਲਾ ਪਾਣੀ ਹੈ ਆਪਾਂ ਉਹ ਓਵਰ ਐਕਸਪਲੋਇਟ ਕੀਤਾ, ਲੋੜ ਤੋਂ ਵੱਧ ਕੱਢਿਆ, ਜਿਹਦੇ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਬਹੁਤ ਜ਼ਿਆਦਾ ਗੰਭੀਰ ਹੋਣਗੇ। ਅਕਸਰ ਅਸੀਂ ਤਿੰਨ ਪਤਨਾਂ ਦੇ ਹੇਠ ਪਾਣੀ ਸੁਣਦੇ ਹਾਂ, ਲੇਕਿਨ ਪੰਜਾਬ ਦੇ ਵਿੱਚ ਬਹੁਤ ਸਾਰੇ ਏਰੀਆ ਇਦਾਂ ਦੇ ਵੀ ਹੈਗੇ ਨੇ, ਇਲਾਕੇ ਇਦਾਂ ਦੇ ਵੀ ਹੈਗੇ ਨੇ ਜਿੱਥੇ ਕੇਵਲ ਦੋ ਪਤਨਾਂ ਦਾ ਪਾਣੀ ਹੈ। ਤਾਂ ਅਸੀਂ ਕਈਆਂ ਨੇ ਪਹਿਲੇ ਪੱਤਨ ਦਾ ਪਾਣੀ ਵਰਤ ਲਿਆ, ਕਈ ਦੂਸਰਾ ਪੱਤਨ ਵਰਤ ਰਹੇ ਹੈਗੇ ਨੇ, ਕੁਝ ਇਲਾਕੇ ਕੁਝ ਤੀਸਰੇ ਪੱਤਨ ਦਾ ਵਰਤ ਰਹੇ ਨੇ। ਮਸਲਾ ਨਹੀਂ ਹੈ ਕਿ ਅੱਜ ਅਸੀਂ ਜਿਹੜਾ 73% ਏਰੀਆ ਹੈਗਾ ਜਿਹੜਾ ਓਵਰ ਐਕਸਪਲੋਇਟਡ ਹੈਗਾ, ਤਾਂ ਆਉਣ ਵਾਲੇ ਸਮੇਂ 'ਚ ਤਕਰੀਬਨ ਜਿਹੜੀਆਂ ਅਲੱਗ-ਅਲੱਗ ਸਟੱਡੀਜ਼ ਨੇ, ਕੇਂਦਰ ਸਰਕਾਰ ਦੀ ਰਿਪੋਰਟ ਹੈਗੀ ਹੈ, ਪੰਜਾਬ ਸਰਕਾਰ ਦੀ ਰਿਪੋਰਟ ਹੈ, ਇਸ ਤੋਂ ਇਲਾਵਾ ਅੰਤਰਰਾਸ਼ਟਰੀ ਏਜੰਸੀਆਂ ਦੀਆਂ ਰਿਪੋਰਟਾਂ ਨੇ, ਤਾਂ ਤਕਰੀਬਨ 2035 ਤੱਕ ਹਾਲਾਤ ਜਿਹੜੇ ਨੇ ਉਹ ਬਹੁਤ ਖਤਰਨਾਕ ਹੋਣਗੇ। ਕੁਝ ਦਿਨ ਪਹਿਲਾਂ ਜੇਕਰ ਸਾਡੇ ਦਰਸ਼ਕਾਂ ਨੇ ਵੀ ਜਿਹੜੇ ਚੈਨਲ ਤੇ ਦੇਖ ਰਹੇ ਨੇ ਜਾਂ ਸੁਣ ਰਹੇ ਨੇ ਰੇਡੀਓ ਤੇ, ਜੇਕਰ ਉਹ ਪੰਜਾਬ ਦੇ ਨਾਲ ਸੰਬੰਧਿਤ ਖਬਰਾਂ ਪੜ੍ਹਦੇ ਸੁਣਦੇ ਹੋਣਗੇ ਤਾਂ ਉਹਨਾਂ ਨੇ ਦੇਖਿਆ ਹੋਣਾ ਕਿ ਇੱਕ ਖਬਰ ਕਿਸੇ ਅਖਬਾਰ ਨੇ ਲਾਈ ਸੀ ਕਿ ਮੁਕਤਸਰ ਦੇ ਵਿੱਚ ਪੀਣ ਵਾਲੇ ਪਾਣੀ ਦਾ ਘਾਲ ਪਿਆ। ਉਸ ਤੋਂ ਇਲਾਵਾ ਇੱਕ BBC ਪੰਜਾਬੀ ਨੇ ਕੁਝ ਦਿਨ ਪਹਿਲਾਂ ਜਿਹੜੀ BBC ਪੰਜਾਬੀ ਤੇ ਖਬਰ ਚੱਲੀ ਸੀ, ਫਰੀਦਕੋਟ ਦੇ ਕੁਝ ਪਿੰਡਾਂ ਦੇ ਵਿੱਚ ਪਾਣੀ ਵਿਕਦਾ ਆ। ਪਾਣੀ ਲੋਕ ਭਰ ਕੇ ਇੱਕ ਛੋਟੇ ਹਾਥੀ ਤੇ ਪਿੰਡਾਂ ਦੇ ਵਿੱਚ ਲੈ ਕੇ ਜਾਂਦੇ ਨੇ, ਕਿਉਂਕਿ ਉੱਥੇ ਪੀਣ ਯੋਗ ਤੇ ਵਰਤੋਂ ਯੋਗ ਪਾਣੀ ਨਹੀਂ ਹੈ। ਫਰੀਦਕੋਟ ਤੇ ਫਾਜ਼ਿਲਕਾ ਦੇ ਕੁਝ ਪਿੰਡਾਂ ਦੀ ਗੱਲ ਉਹਦੇ 'ਚ ਕੀਤੀ ਸੀ ਉਸ ਰਿਪੋਰਟ ਦੇ ਵਿੱਚ। ਤਾਂ ਜਿਹੜੇ ਖਦਸ਼ੇ ਨੇ ਉਹ ਹੁਣ ਤੋਂ ਹਕੀਕਤ 'ਚ ਬਦਲਣੇ ਸ਼ੁਰੂ ਹੋ ਗਏ ਨੇ। ਰਾਜਪੁਰੇ ਦੇ ਇੱਕ ਪਿੰਡ ਦੀ ਖਬਰ ਕੁਝ ਦਿਨ ਪਹਿਲਾਂ ਅਖਬਾਰ ਦੇ ਵਿੱਚ ਆਈ ਸੀਗੀ, ਉੱਥੇ ਵੀ ਧਰਤੀ ਹੇਠਲੇ ਪਾਣੀ ਦਾ ਜਿਹੜਾ ਪੱਧਰ ਹੈ। ਤਾਂ ਇਹ ਤਾਂ ਦੋ ਤਿੰਨ ਇਲਾਕੇ ਨੇ ਜਿਹੜੇ ਅਖਬਾਰਾਂ ਦੇ ਰਾਹੀਂ ਜਾਂ ਖਬਰਾਂ ਦੇ ਰਾਹੀਂ ਸਾਡੇ ਤੱਕ ਪਹੁੰਚ ਰਹੇ ਨੇ। ਬਹੁਤ ਸਾਰੇ ਐਸੇ ਵੀ ਹਨ ਜਿਨ੍ਹਾਂ ਤੱਕ ਸਾਡੀ ਪਹੁੰਚ ਨਹੀਂ ਹੋ ਪਾ ਰਹੀ ਅਜੇ। ਤਾਂ ਹਾਲਾਤ ਕੋਈ ਬਹੁਤੇ ਸੁਖਾਵੇਂ ਨਹੀਂ ਨੇ ਜੀ। ਤਾਂ ਪ੍ਰੋਫੈਸਰ ਸਾਹਿਬ, ਅਸੀਂ ਬੜੇ ਹੀ ਅਵੇਸਲੇ ਚੱਲ ਰਹੇ ਹਾਂ ਪੰਜਾਬੀ, ਜੇ ਆਪਾਂ ਸੋਚੀਏ ਤਾਂ ਇਸ ਸਮੇਂ, ਕਿਉਂਕਿ ਜਿਵੇਂ ਤੁਸੀਂ ਦੱਸਿਆ ਵੀ ਅਸੀਂ ਐਕਸਪਲੋਟੇਸ਼ਨ ਯਾਨੀ ਕਿ ਪਾਣੀ ਲੋੜ ਤੋਂ ਵੱਧ ਵੀ ਬਹੁਤ ਜ਼ਿਆਦਾ ਜਿਹੜਾ ਉਹ ਬਾਹਰ ਕੱਢ ਰਹੇ ਹਾਂ, ਤੇ ਦੂਜੇ ਪਾਸੇ ਅਸੀਂ ਇਸ ਪੱਧਰ ਤੋਂ ਵੀ ਅਵੇਸਲੇ ਚੱਲ ਰਹੇ ਹਾਂ ਵੀ ਜਿਹੜੇ ਸਾਡੇ ਨੈਚੁਰਲ ਜਲ ਸਰੋਤ ਨੇ ਤੇ ਅਸੀਂ ਉਹਨਾਂ ਨੂੰ ਵੀ ਪ੍ਰਦੂਸ਼ਿਤ ਹੈ ਜਿਹੜਾ ਡੇ ਬਾਏ ਡੇ ਕਰਦੇ ਜਾ ਰਹੇ ਹਾਂ। ਤਾਂ ਇਹਦੇ ਤੁਸੀਂ ਜੋ ਹੁਣ ਵਰਕ ਕੀਤਾ ਆਪਣੇ ਪੰਜਾਬ ਦੇ ਵਿੱਚ, ਪੰਜਾਬ ਦੇ ਜਾਂ ਵੱਖ-ਵੱਖ ਜੋ ਹੋਰ ਵੀ ਪੰਜਾਬ ਤੋਂ ਬਾਹਰਲੇ ਖੇਤਰ ਵੀ ਨੇ, ਤਾਂ ਲੋਕ ਕਿਹੜੀ-ਕਿਹੜੀ ਜਗ੍ਹਾ ਤੇ ਕਿਸ ਤਰ੍ਹਾਂ ਦੀਆਂ ਅਣਗਹਿਲੀਆਂ ਕਰ ਰਹੇ ਨੇ ਜਾਂ ਕਿਹੜੀ ਚੀਜ਼ਾਂ ਨੂੰ ਇਗਨੋਰ ਕਰ ਰਹੇ ਨੇ, ਜਿਸ ਕਰਕੇ ਜਿਹੜੇ ਸਾਡੇ ਅੱਜ ਜਲ ਸਰੋਤ ਨੇ ਉਹ ਅੱਜ ਪ੍ਰਦੂਸ਼ਿਤ ਹੋ ਰਹੇ ਨੇ। ਤਾਂ ਕਿਹੜੀ ਕਿ ਤੁਸੀਂ ਸਾਨੂੰ ਕੁਝ ਕਾਰਨ ਦੱਸੋ ਤਾਂ ਕਿ ਲੋਕ ਵੀ ਉਹਨਾਂ ਚੀਜ਼ਾਂ ਤੋਂ ਅਵੇਅਰ ਹੋ ਸਕਣ। ਮੁੱਖ ਤੌਰ ਤੇ ਦੋ ਕਾਰਨ ਨੇ। ਜਦੋਂ ਅਸੀਂ ਲੋਕਾਂ ਦੇ ਨਾਲ ਵਿਚਰਦੇ ਹਾਂ ਤਾਂ ਇੱਕ ਭਰੋਸਾ ਕਹਿ ਲਈਏ ਜਾਂ ਇੱਕ ਮਾਨਸਿਕਤਾ ਜਿਹੜੀ ਹੈ, ਅਸੀਂ ਉਸ ਚੀਜ਼ ਨੂੰ ਪ੍ਰਵਾਨ ਨਹੀਂ ਕਰ ਰਹੇ। ਅਕਸਰ ਜਿਹੜੀ ਸਾਡੇ ਤੋਂ ਵੱਡੀ ਪੀੜ੍ਹੀ ਹੈ ਉਹਨਾਂ ਦਾ ਇਹ ਜਵਾਬ ਹੁੰਦਾ ਕਿ ਪੰਜਾਬ 'ਚ ਕਦੇ ਪਾਣੀ ਨਹੀਂ ਮੁੱਕਣ ਲੱਗਿਆ। ਲੇਕਿਨ ਇਹੀ ਇੱਕ ਜਿਹੜੀ ਮਾਨਸਿਕਤਾ ਨਾ ਕਿ ਪੰਜਾਬ 'ਚ ਪਾਣੀ ਨਹੀਂ ਮੁੱਕਣ ਲੱਗਿਆ, ਜਿਹੜੀ ਧਾਰਨਾ ਪੱਕੀ ਬਣੀ ਹੋਈ ਹੈ, ਬਟ ਉਹਨਾਂ ਨੂੰ ਅਸੀਂ ਗੱਲਬਾਤ ਕਰਦੇ ਹਾਂ ਹੁਣ ਦੱਸਦੇ ਵੀ ਹਾਂ, ਹਵਾਲੇ ਦੇ ਕੇ ਦੱਸੀਦਾ ਆ ਅਲੱਗ-ਅਲੱਗ ਜਗ੍ਹਾ ਦੇ ਕੇ, ਭਾਈ ਫਲਾਣੀ ਜਗ੍ਹਾ ਮੁੱਕ ਗਿਆ ਤਾਂ ਮੁੱਕਣ ਨੂੰ ਇੱਥੇ ਕੋਈ ਸਮਾਂ ਨਹੀਂ ਲੱਗੂਗਾ। ਦੂਸਰਾ ਇੱਕ ਜਿਹੜਾ ਵੱਡਾ ਕਾਰਨ ਜੇ ਗੱਲ ਕਰ ਲਈਏ, ਜਿਹੜੀ ਮਾਨਸਿਕਤਾ ਹੈ ਅਸੀਂ ਕੀ ਲੈਣਾ ਵਾਲੀ, ਵੀ ਜਾਂ ਤੇਰੇ ਇਕੱਲੇ ਦੇ ਕਰਿਆ ਜਾਂ ਮੇਰੇ ਇਕੱਲੇ ਦੇ ਕਰਿਆ ਕੀ ਹੋ ਜਾਊਗਾ। ਇਸ ਤੋਂ ਇਲਾਵਾ ਹੋਰ ਬਹੁਤ ਕਾਰਨ ਨੇ। ਮੂਲ ਜੇਕਰ ਗੱਲ ਕਰੀਏ ਤਾਂ ਇੱਥੋਂ ਸ਼ੁਰੂ ਹੁੰਦਾ ਆ। ਬਾਕੀ ਕਾਰਨਾਂ ਦੀ ਜਦੋਂ ਗੱਲ ਕਰਦੇ ਹਾਂ ਤਾਂ ਮੈਂ ਵਨ ਬਾਏ ਵਨ ਤੁਹਾਨੂੰ ਜਿਹੜੇ ਕਾਰਨਾਂ ਤੇ ਗੱਲਬਾਤ ਕਰ ਲੈਣਾ। ਉਸ ਤੋਂ ਇਲਾਵਾ ਜਿਹੜੀ ਆਪਾਂ ਹੁਣੇ ਪਹਿਲਾਂ ਗੱਲ ਕਰਦੇ ਸਾਂ, ਹਾਲਾਤ ਕਿਸ ਕਦਰ ਜਿਹੜੇ ਖਤਰਨਾਕ ਹੋ ਰਹੇ ਨੇ, ਮੈਂ ਉਹਦੇ 'ਚ ਜੁੜਦੀ ਇੱਕ ਗੱਲ ਕਰਕੇ ਅੱਗੇ ਚੱਲਦਾ ਹਾਂ। 2002 ਤੋਂ 2004 ਤੱਕ 3 ਸਾਲ ਐਸੇ ਰਹੇ ਨੇ ਜਦੋਂ ਪੰਜਾਬ ਦੇ ਵਿੱਚ ਮੀਂਹ ਨਹੀਂ ਸੀ ਪਏ। ਅਸਲ ਦੇ ਵਿੱਚ ਹੁੰਦਾ ਕੀ ਹੈ, ਜਿਹੜਾ ਮਾਨਸੂਨ ਪ੍ਰਭਾਵਿਤ ਹੁੰਦਾ, ਇਹ ਵੀ ਕਾਰਨਾਂ ਦੇ ਵਿੱਚ ਹੀ ਵੈਸੇ ਆਪਾਂ ਨਾਲ ਦੀ ਨਾਲ ਗੱਲ ਕਰ ਸਕਦੇ ਹਾਂ। 2002 ਤੋਂ 2004 ਤੱਕ ਪੰਜਾਬ ਦੇ ਵਿੱਚ ਮੀਂਹ ਨਹੀਂ ਸੀ ਪਏ। ਉਹਦਾ ਇੱਕ ਕਾਰਨ ਹੈ ਜਿਹੜਾ ਪੰਜਾਬ ਦੇ ਵਿੱਚ ਝੋਨੇ ਕਣਕ ਵਾਲਾ ਫਸਲੀ ਚੱਕਰ ਹੈ। ਹਾਲਾਂਕਿ ਕਿਸਾਨ ਉਹਦੇ 'ਚ ਕਿਸਾਨ ਨੂੰ ਵਿਕਟਿਮ ਬਣਾ ਕੇ ਪੇਸ਼ ਮਾਫੀ ਚਾਹੁੰਦਾ, ਕਿਸਾਨ ਨੂੰ ਉਹਦੇ ਲਈ ਜ਼ਿੰਮੇਵਾਰ ਬਣਾ ਕੇ ਪੇਸ਼ ਕੀਤਾ ਜਾਂਦਾ ਆ ਕਿ ਕਿਸਾਨ ਝੋਨਾ ਬੀਜਦਾ, ਉਸ ਕਰਕੇ ਐਕਸਪਲੋਇਟ ਹੋ ਰਿਹਾ ਪਾਣੀ ਜਿਹੜਾ, ਬਟ ਕਿਸਾਨ ਖੁਦ ਵਿਕਟਿਮ ਆ ਉਸ ਚੀਜ਼ ਦਾ, ਕਿਉਂਕਿ ਕਿਸਾਨ ਨੂੰ ਬਦਲ ਤਾਂ ਅੰਤ ਨੂੰ ਸਰਕਾਰਾਂ ਨੂੰ ਦੇਣਾ ਪੈਣਾ। ਹਰੀ ਕ੍ਰਾਂਤੀ ਦੇ ਰੂਪ ਦੇ ਵਿੱਚ ਸਾਡੇ ਸਿਰ ਕਣਕ ਤੇ ਝੋਨੇ ਦਾ ਫਸਲੀ ਚੱਕਰ ਮੜ ਦਿੱਤਾ ਗਿਆ।
ਤੇ ਝੋਨੇ ਦੇ ਨਾਲ ਹੁਣ ਪਾਣੀ ਕਿਉਂ ਜਿਹੜਾ ਹੈਗਾ ਉਹ ਨੀਚੇ ਨਹੀਂ ਜਾਂਦਾ, ਅਦਰਵਾਈਜ਼ ਰੀਚਾਰਜ ਹੋ ਜਾਂਦਾ ਬਾਕੀ ਫਸਲਾਂ ਦੇ ਵਿੱਚ। ਜਦੋਂ ਅਸੀਂ ਰਫੱਡ ਕਰਦੇ ਆ ਜਾਂ ਜਿਹਨੂੰ ਕੱਦੂ ਕਰਨਾ ਕਹਿੰਦੇ ਆ, ਉਹਦੇ 'ਚ ਜ਼ਮੀਨ ਨੂੰ ਭੂਰ ਕੇ ਉਹਦੇ ਮਸਾਮ ਜਿਹੜੇ ਨੇ ਉਹ ਬਿਲਕੁਲ ਬੰਦ ਕਰ ਦਿੱਤੇ ਜਾਂਦੇ ਨੇ, ਪਾਣੀ ਨੀਚੇ ਨਹੀਂ ਜਾਂਦਾ ਗਾ। ਦੂਸਰਾ ਰੀਚਾਰਜ ਵੱਡਾ ਨਹੀਂ ਹੋ ਕਾਰਨ ਪਾਉਂਦੀ ਹੈ ਆਪਣੀ ਕਿ ਧਰਤੀ। ਪਾਣੀ ਰੀਚਾਰਜ ਨਹੀਂ ਹੋ ਪਾਉਂਦਾ। ਜੀ ਕਿਸੇ ਵੇਲੇ ਜਿਹੜਾ ਧਰਤੀ ਹੇਠਲੇ ਪਾਣੀ ਜਿਹੜਾ ਹੈ, ਜੇਕਰ ਉਹ ਵੀ ਆਪਾਂ ਅੱਗੇ ਚੱਲ ਕੇ ਗੱਲ ਕਰਦੇ ਆ, ਮੈਂ ਗੱਲ ਕਰਦੇ ਆ ਹੁਣੇ ਦੱਸ ਦਿੰਦਾ, ਖੇਤੀ ਦੇ ਲਈ ਜਿਹੜੇ ਅਸੀਂ ਸੋਮੇ ਵਰਤ ਰਹੇ ਆ, 1960-61 ਦੇ ਵਿੱਚ ਨਹਿਰੀ ਪਾਣੀ ਜਿਹੜਾ ਉਹ 58% ਜਿਹੜਾ ਅਸੀਂ ਵਰਤਦੇ ਸਾਂ ਖੇਤੀ ਦੇ ਲਈ। ਠੀਕ ਉਦੋਂ ਹੈ ਜੀ। ਝੋਨੇ ਹੇਠ ਰਕਬਾ ਜਿਹੜਾ ਹੈ ਉਹ ਸੀ 7%। ਜਦੋਂ ਝੋਨੇ ਹੇਠ 7% ਰਕਬਾ ਤਾਂ ਅਸੀਂ 58% ਨਹਿਰੀ ਪਾਣੀ ਵਰਤ ਰਹੇ ਹਾਂ। ਹੁਣ ਜਦੋਂ ਝੋਨੇ ਹੇਠ ਰਕਬਾ 75% ਹੈਗਾ 2018 ਤੱਕ, ਤਾਂ ਅਸੀਂ 41% ਜਿਹੜਾ ਹੈਗਾ, ਮਾਫੀ ਚਾਹੁੰਦਾ, 25% ਜ਼ਮੀਨੀ ਪਾਣੀ ਵਰਤ ਰਹੇ ਹਾਂ। ਜਦੋਂ ਅੱਛਾ ਜੀ। 7% ਸੀਗਾ ਉਦੋਂ 58% ਨਹਿਰੀ ਪਾਣੀ, ਤੇ ਜਦੋਂ 75% ਹੋ ਗਿਆ, ਉਦੋਂ 10 ਗੁਣਾ ਤੋਂ ਉੱਪਰ ਹੋ ਗਿਆ, ਉਦੋਂ ਅਸੀਂ ਕੇਵਲ 25%, ਉਦੋਂ ਅੱਧਾ ਪਾਣੀ ਨਹਿਰੀ ਪਾਣੀ ਜਿਹੜਾ ਹੈ ਉਹ ਅਸੀਂ ਵਰਤ ਰਹੇ ਹਾਂ। ਤਾਂ ਇੱਕ ਤਾਂ ਇਹ ਹੈ ਕਿ ਜਿਹੜੇ ਸੋਮੇ ਨੇ, ਸੋਮਿਆਂ ਦੇ ਵਿੱਚ ਖੇਤੀ ਦੇ ਲਈ ਬਦਲਾਅ ਆ, ਉਹਦੇ ਕਾਰਨ ਬਹੁਤ ਸਾਰੇ ਨੇ। ਚਾਹੇ ਜਿਹੜੇ ਪੰਜਾਬ ਦਾ ਸਾਡੇ ਦਰਿਆ ਨੇ, ਦਰਿਆਈ ਪਾਣੀਆਂ ਦੀ ਕਾਣੀ ਵੰਡ ਦਾ ਹਿੱਸਾ ਪੰਜਾਬ ਬਣਿਆ, ਜੀ ਜਿਹੜੇ ਰਾਈਪੇਰੀਅਨਿਜ਼ਮ ਨੇ, ਬੜੀ ਸੁਭਾਵਿਕ ਦੀ ਗੱਲ ਆ, ਉਹਨਾਂ ਮੁਤਾਬਿਕ ਜਿਹੜਾ ਪੰਜਾਬ ਨੂੰ ਪੰਜਾਬ ਦਾ ਬਣਦਾ ਪਾਣੀ ਮਿਲਣਾ ਚਾਹੀਦਾ ਆ। ਦੂਸਰੀ ਜਿਹੜੀ ਅਸੀਂ ਗੱਲ ਕਰ ਰਹੇ ਸਾਂ ਵੱਖ-ਵੱਖ ਫਸਲਾਂ ਦੇ ਹੇਠ ਰਕਬੇ ਦੀ, ਜੀ ਮੈਂ ਪਹਿਲਾਂ ਹੀ ਗੱਲ ਕਰ ਚੁੱਕਿਆ ਕਿ ਝੋਨੇ ਹੇਠ ਜਿਹੜਾ ਰਕਬਾ ਆ ਪਹਿਲਾਂ ਉਹ 7% ਸੀਗਾ, ਹੁਣ ਜਿਹੜਾ ਉਹ 73% ਰਕਬਾ ਹੈਗਾ। ਅਖਬਾਰੀ ਖਬਰਾਂ ਨੇ ਪਿਛਲੇ ਦਿਨਾਂ ਦੀਆਂ, ਹਿੰਦੁਸਤਾਨ ਟਾਈਮਸ ਨੇ 18 ਮਈ ਨੂੰ ਇਹ ਖਬਰ ਲਗਾਈ ਸੀ ਕਿ ਪੰਜਾਬ ਦੀ ਖੇਤੀ ਜਿਹੜੀ ਹੈ ਉਹ ਸਫਰ ਕਰੂਗੀ ਕਲਾਈਮੇਟ ਚੇਂਜ ਦੇ ਕਰਕੇ, ਕਿਉਂਕਿ ਬਾਰਿਸ਼ਾਂ ਨਹੀਂ ਪੈ ਰਹੀਆਂ ਗੀਆਂ। ਤਾਂ ਉਹਦਾ ਇੱਕ ਕਾਰਨ ਹੈ। ਹੁਣ ਬਾਰਿਸ਼ਾਂ ਕਿਉਂ ਨਹੀਂ ਪੈਂਦੀਆਂ ਕਲਾਈਮੇਟ ਚੇਂਜ ਦੇ ਕਰਕੇ? ਜਿਸ ਵੇਲੇ ਜਿਹੜੀ ਮੈਂ 2002 ਤੋਂ 2004 ਦੀ ਤੁਹਾਡੇ ਨਾਲ ਗੱਲ ਕਰ ਰਿਹਾ ਸਾਂ, ਉਦੋਂ ਬਾਰਿਸ਼ਾਂ ਨਹੀਂ ਸੀ ਪਈਆਂ। ਉਹਦਾ ਕਾਰਨ ਸੀ ਕਿ 99 ਕੁ ਦੇ ਵਿੱਚ ਪੰਜਾਬ ਦੇ ਵਿੱਚ ਨਵਾਂ ਝੋਨਾ ਬੀਜਣਾ ਜਿਹੜਾ ਉਹ ਸ਼ੁਰੂ ਹੋਇਆ ਸੀਗਾ। ਤਾਂ ਜਦੋਂ ਬਿਲਕੁਲ ਝੋਨਾ ਬੀਜਣਾ ਤੁਰੰਤ ਸ਼ੁਰੂ ਹੁੰਦਾ ਆ, ਅਸਲ 'ਚ ਹੁੰਦਾ ਕੀ ਹੈ, ਇਸ ਤੋਂ ਉਹਦੇ ਨਾਲ ਇੱਕ ਉੱਪਰੀ ਝੀਲ ਬਣ ਜਾਂਦੀ ਹੈ। ਮਾਨਸੂਨ ਜਦੋਂ ਤੁਹਾਡੇ ਕੋਲੇ ਆਉਣਾ, ਤਾਂ ਮਾਨਸੂਨ ਹਮੇਸ਼ਾ ਹਾਈ ਪ੍ਰੈਸ਼ਰ ਤੋਂ ਲੋ ਪ੍ਰੈਸ਼ਰ ਵੱਲ ਨੂੰ ਜਿਹੜੀਆਂ ਉਹ ਪਾਉਣਾ ਨੇ ਉਹ ਚੱਲਦੀਆਂ ਨੇ। ਇਹਦੀ ਇੱਕ ਉਦਾਹਰਨ ਸਰੋਤਿਆਂ ਤੇ ਦਰਸ਼ਕਾਂ ਦੇ ਲਈ ਦੇ ਦਿੰਦੇ ਆ ਕਿ ਅਸੀਂ ਗੱਡੀ 'ਚ ਸਫ਼ਰ ਕਰਦੇ ਹੋਏ ਕਈ ਵਾਰ ਟੌਫੀ ਦਾ ਕਾਗਜ਼ ਵੀ ਜੇਕਰ ਬਾਹਰ ਸੁੱਟਦੇ ਹੋ ਤਾਂ ਵਾਪਸ ਗੱਡੀ ਦੇ ਸ਼ੀਸ਼ੇ ਦੇ ਨਾਲ ਆਣ ਕੇ ਟਕਰਾਉਂਦਾ, ਜਾਂ ਗੱਡੀ 'ਚੋਂ ਪਾਣੀ ਡੋਲਦੇ ਆ ਤਾਂ ਵਾਪਸ ਗੱਡੀ ਦੇ ਸ਼ੀਸ਼ੇ ਦੇ ਨਾਲ ਆਣ ਕੇ ਟਕਰਾਉਂਦਾ। ਉਹ ਗੱਡੀ ਤੋਂ ਦੂਰ ਵੀ ਤਾਂ ਜਾ ਸਕਦਾ। ਉਹਦਾ ਕਾਰਨ ਇਹ ਹੈ ਕਿ ਗੱਡੀ ਦੇ ਬਿਲਕੁਲ ਨਾਲ ਲੋ ਪ੍ਰੈਸ਼ਰ ਹੁੰਦਾ ਆ, ਵਾਤਾਵਰਨ ਦਾ ਹਵਾ ਦਾ ਦਬਾਅ ਘੱਟ ਹੁੰਦਾ ਆ। ਸੋ ਜਿੱਥੇ ਦਬਾਅ ਘੱਟ ਹੋਊਗਾ ਪੌਣਾ ਨੇ ਉਧਰ ਨੂੰ ਚੱਲਣਾ ਆ। ਜਿਸ ਵੇਲੇ ਜਦੋਂ ਅਸੀਂ ਝੋਨਾ ਬੀਜਦੇ ਹਾਂ, ਉਹਦੇ ਨਾਲ ਹੁੰਦਾ ਕੀ ਹੈ ਕਿ ਉਪਰੀ ਝੀਲ ਜਾਂ ਇੰਜ ਕਹਿ ਲਈਏ ਕਿ ਹਵਾ ਭਾਰੀ ਹੋਣ ਦੇ ਕਰਕੇ ਇੱਥੇ ਆਲਰੇਡੀ ਪ੍ਰੈਸ਼ਰ ਜਿਹੜਾ ਵੱਧ ਜਾਂਦਾ, ਜਿਹਦੇ ਕਰਕੇ ਮਾਨਸੂਨ ਜਿਹੜੀ ਆ ਡਾਇਵਰਟ ਹੋ ਜਾਂਦੀ ਹੈ। ਜਿਹੜੀ ਮੈਂ 2002 ਤੋਂ 2004 ਦੀ ਗੱਲ ਕਰ ਰਿਹਾ ਸੀਗਾ, ਉਦੋਂ 3 ਸਾਲ ਮੀਂਹ ਨਹੀਂ ਸੀ ਪਏ, ਤੇ ਫਿਰ ਸਰਕਾਰ ਇੱਕ ਕਮੇਟੀ ਬਣਾਉਂਦੀ ਹੈ। ਉਹ ਕਮੇਟੀ ਇਹ ਸਿਫਾਰਿਸ਼ ਕਰਦੀ ਹੈ ਕਿ ਝੋਨੇ ਦੀ ਬਿਜਾਈ ਦੀ ਤਰੀਕ ਜਿਹੜੀ ਆ ਉਹ ਮਿੱਥੀ ਜਾਵੇ। ਤਾਂ ਜਿਹੜਾ ਮੁੱਖ ਕਾਰਨ ਹੈਗਾ ਕਿ ਝੋਨਾ ਕਿਵੇਂ ਇੰਪੈਕਟ ਕਰਦਾ ਆ ਮੌਨਸੂਨ ਨੂੰ ਵੀ, ਇੱਕ ਇਹ ਕਾਰਨ ਵੀ ਵੱਡਾ ਹੈਗਾ। ਇਸ ਤੋਂ ਇਲਾਵਾ ਹੋਰ ਕਾਰਨ ਵੀ ਜਿਹੜੇ ਹੈਗੇ ਨੇ ਉਹ ਅਸੀਂ ਅੱਗੇ ਚੱਲਦੇ ਆ ਜਿਹੜੀ ਆ ਉਹਨਾਂ ਦੀ ਗੱਲਬਾਤ ਕਰਦੇ ਰਹਾਂਗੇ। ਜੀ ਤੇ ਪ੍ਰੋਫੈਸਰ ਸਾਹਿਬ, ਇਸ ਦੇ ਵਿੱਚ ਜਿਵੇਂ ਹੁਣ ਤੁਸੀਂ ਦੱਸਿਆ ਵੀ ਇਹ ਸਾਡੇ ਲੋਕ ਨੇ ਜਿਹੜੇ ਉਹ ਕਈ ਵਾਰ ਚਾਹੇ ਤੁਸੀਂ ਅੰਧ ਵਿਸ਼ਵਾਸ ਕਹਿ ਲਓ ਜਾਂ ਕੁਝ ਜ਼ਿਆਦਾ ਹੀ ਓਵਰ ਵਿਸ਼ਵਾਸ ਕਹਿ ਲਓ, ਵੀ ਕੁਦਰਤ ਦੇ ਉੱਤੇ ਕਹਿੰਦੇ ਨੇ ਵੀ ਨਹੀਂ ਪਾਣੀ ਕਦੇ ਮੁੱਕਣਾ ਨਹੀਂ। ਪਰ ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ, ਜਿਵੇਂ ਪ੍ਰੋਫੈਸਰ ਸਾਹਿਬ ਤੁਹਾਨੂੰ ਦੱਸ ਰਹੇ ਨੇ, ਤਾਂ ਕਿਤੇ ਨਾ ਕਿਤੇ ਜਿਵੇਂ ਸਾਡਾ ਫਸਲੀ ਚੱਕਰ ਹੈ ਜਾਂ ਝੋਨਾ ਅਸੀਂ ਬੀਜਦੇ ਹਾਂ, ਜਾਂ ਕੁਝ ਏਦਾਂ ਦੀ ਆ ਵੀ ਇੰਡਸਟਰੀ ਜਿਹੜੀ ਆ ਰਹੀ ਆ ਜ਼ਿਆਦਾ ਤੋਂ ਜ਼ਿਆਦਾ, ਜਾਂ ਜਾਣੀ ਕਿ ਸਾਡਾ ਜਿਹੜਾ ਇਨਵਾਇਰਮੈਂਟ ਪੋਲਿਊਟਡ ਹੋ ਰਿਹਾ, ਤਾਂ ਕਿਤੇ ਨਾ ਕਿਤੇ ਅਸੀਂ ਜਿਹੜੇ ਕੁਦਰਤੀ ਚੱਕਰ ਨੇ ਜਾਂ ਜੋ ਕੁਦਰਤ ਦਾ ਵਹਿਣ ਹੈ ਉਹਨੂੰ ਵੀ ਅਸੀਂ ਡੇ ਬਾਏ ਡੇ ਜਿਹੜਾ ਡਿਸਟਰਬ ਕਰਦੇ ਜਾ ਰਹੇ ਹਾਂ ਆਪਣੀ ਨਿੱਜੀ ਜ਼ਿੰਦਗੀ ਦੇ ਡੇਲੀ ਬੇਸ ਦੇ ਰੁਝਾਨਾਂ ਦੇ ਨਾਲ, ਜਿਹਦੇ ਕਰਕੇ ਜਿਵੇਂ ਪ੍ਰੋਫੈਸਰ ਸਾਹਿਬ ਦੱਸ ਰਹੇ ਨੇ, ਜਿਵੇਂ ਮੀਂਹ ਘੱਟ ਪੈਂਦੇ ਨੇ। ਤਾਂ ਇਸ ਵਾਰ ਸਾਡੇ ਪੰਜਾਬ ਦੇ ਲੋਕ ਵੀ ਜਾਣਦੇ ਹੋਣਗੇ ਜਾਂ ਦਰਸ਼ਕ ਨੂੰ ਪਤਾ ਹੋਊਗਾ, ਜਾਂ ਵੀ ਇੱਕ ਕਲਾਈਮੇਟ ਜਾਂ ਗਰਮੀ ਜ਼ਿਆਦਾ ਹੋਣ ਕਰਕੇ ਇਸ ਵਾਰ ਕਣਕ ਦੇ ਜਿਹੜੇ ਝਾੜ ਉੱਤੇ ਵੀ ਜਿਹੜਾ ਬਹੁਤ ਜ਼ਿਆਦਾ ਜਿਹੜਾ ਇਫੈਕਟ ਪਿਆ। ਤਾਂ ਡਾਕਟਰ ਸਾਹਿਬ, ਮੈਂ ਤੁਹਾਡੇ ਹੀ ਇਨਫੋਰਮੇਸ਼ਨ ਤੋਂ ਗੱਲ ਕਰਦਾ, ਮੈਂ ਤੁਹਾਡੇ ਹੀ ਆਨਲਾਈਨ ਪੇਜ ਤੋਂ ਮੈਂ ਚੈੱਕ ਕੀਤਾ ਸੀ
ਵੀ ਸਾਡੇ ਪੰਜਾਬ ਦੇ ਕੋਲ ਆਉਣ ਵਾਲੇ 2 ਦਹਾਕੇ ਯਾਨੀ ਕਿ ਕਹਿ ਸਕਦੇ ਜਿਨ੍ਹਾਂ ਚੋਂ ਤਕਰੀਬਨ ਸ਼ਾਇਦ 5 ਸਾਲ ਲੰਘ ਵੀ ਚੁੱਕੇ ਨੇ, ਵੀ ਸਾਡੇ ਕੋਲ ਇੰਨਾ ਹੀ ਪਾਣੀ ਹੈ ਜਿਹਦਾ ਇੱਕ ਐਸਟੀਮੇਟ ਲਗਾਇਆ ਜਾ ਰਿਹਾ ਵੀ ਸਾਡੇ ਕੋਲ ਹਜੇ ਬਾਕੀ ਹੈ, ਜਿਹਨੂੰ ਅਸੀਂ ਯੂਜ਼ ਕਰ ਸਕਦੇ ਹਾਂ ਜਾਂ ਪੀਣ ਯੋਗ ਹੋ ਸਕਦਾ ਹੈ। ਤਾਂ ਤੁਸੀਂ ਸਾਨੂੰ ਥੋੜੀ ਜਿਹੀ ਇਹ ਚਰਚਾ ਦੱਸੋ ਵੀ ਇੱਕ ਘਰੇਲੂ ਆਮ ਪਰਿਵਾਰ ਹੈ ਜਿਹੜਾ ਉਹ ਫਿਰ ਵੀ ਉਹੀ ਅਵੇਸਲਾ ਹੋ ਕੇ ਇੱਕ ਪਾਣੀ ਦੀ ਬਹੁਤ ਜ਼ਿਆਦਾ ਦੁਰਵਰਤੋਂ ਹੈ ਜਿਹੜੀ ਉਹ ਇੱਕ ਘਰ ਦੇ ਵਿੱਚ ਕਰ ਰਿਹਾ ਹੈ। ਖੇਤਾਂ ਤੋਂ ਬਾਅਦ ਆਪਾਂ ਹੁਣ ਘਰਾਂ ਤੱਕ ਗੱਲ ਕਰਦੇ ਹਾਂ ਵੀ ਕਿੱਦਾਂ ਦੇ ਜਿਹੜੇ ਤਰੀਕੇ ਨੇ ਵੀ ਅਸੀਂ ਘਰਾਂ ਦੇ ਵਿੱਚ ਵੀ ਇੱਕ ਪਾਣੀ ਦੀ ਬਹੁਤ ਵੱਡੇ ਪੱਧਰ ਤੇ ਦੁਰਵਰਤੋਂ ਕਰਦੇ ਹਾਂ। ਮੈਂ ਤੁਹਾਡੇ ਇੱਕ ਪ੍ਰੋਫੈਸਰ ਸਾਹਿਬ ਦੀ ਬੜੀ ਵਧੀਆ ਐਗਜ਼ਾਮਪਲ ਸੁਣੀ ਸੀ, ਮਾਤਾ ਗੁਜਰੀ ਕਾਲਜ ਤੋਂ ਸੀਗੇ, ਉਹ ਹਿਮਾਚਲ ਵਿਜ਼ਿਟ ਕਰਨ ਗਏ ਸੀਗੇ। ਤਾਂ ਤੁਹਾਡੇ ਮੂੰਹ ਮੈਂ ਉਹ ਐਗਜ਼ਾਮਪਲ ਜ਼ਰੂਰ ਸੁਣਨੀ ਚਾਹੂੰਗਾ, ਪਲੀਜ਼ ਸਾਡੇ ਦਰਸ਼ਕਾਂ ਨੂੰ ਦੱਸੋ ਜਿਹੜੇ ਹਿਸਾਬ ਨਾਲ ਉਹ ਹਿਮਾਚਲ ਦੇ ਵਿੱਚ ਛੱਤ ਤੇ ਗਏ ਤਾਂ ਉਹਨਾਂ ਨੇ ਉੱਥੇ ਕੀ ਇੱਕ ਪਰਿਵਾਰ ਵੱਲੋਂ ਜੋ ਬਣਾਇਆ ਹੋਇਆ ਸਿਸਟਮ ਸੀਗਾ ਉਹ ਤੁਸੀਂ ਪਲੀਜ਼ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ। ਜੀ, ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਗਾਈਡ ਨੂੰ ਮਿਲਣ ਗਏ ਉੱਥੇ ਉਹ, ਤੇ ਜਦੋਂ ਉਹਨਾਂ ਨੂੰ ਦਿਖਾਇਆ ਉੱਥੇ ਪਾਣੀ ਦੀ ਸੇਵਿੰਗ ਦਾ ਸਿਸਟਮ, ਜਾਂ ਉੱਥੇ ਜਿਹੜਾ ਉਹਨਾਂ ਨੂੰ ਜਿਸ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ, ਉਹ ਇੱਕ ਟੱਬ ਟਾਈਪ ਉਹਨਾਂ ਨੇ ਬਣਾਇਆ ਹੋਇਆ ਜਿਹਦੇ ਵਿੱਚ ਉਹ ਇਸ਼ਨਾਨ ਕਰਦੇ ਨੇ। ਪਹਿਲਾਂ ਤਾਂ ਨਹਾਉਣ ਤੋਂ ਬਾਅਦ ਉਸੇ ਪਾਣੀ ਨੂੰ ਉਹ ਕੱਪੜੇ ਧੋਣ ਦੇ ਲਈ ਵਰਤਦੇ ਨੇ, ਫਿਰ ਉਸੇ ਪਾਣੀ ਨੂੰ ਹੋਰ ਜਿੱਥੇ ਵੀ ਫਰਸ਼ ਧੋਣ ਦੇ ਲਈ ਵਰਤਿਆ ਜਾ ਸਕਦਾ ਹੈ, ਹੋਰ ਜਿੱਥੇ ਵੀ ਵਰਤਿਆ ਜਾ ਸਕਦਾ ਹੈਗਾ, ਉੱਥੇ ਉਹ ਉਸ ਪਾਣੀ ਨੂੰ ਵਰਤਦੇ ਨੇ। ਤਾਂ ਹਾਲਾਤ ਇਸ ਕਦਰ ਜਿਹੜੇ ਖਤਰਨਾਕ ਹੋ ਸਕਦੇ ਨੇ, ਸਾਨੂੰ ਸਮਝ ਲੈਣਾ ਚਾਹੀਦਾ ਗਾ। ਮੈਂ ਇਸ ਤੋਂ ਪਹਿਲਾਂ ਜਦੋਂ ਗੱਲ ਕਰ ਰਿਹਾ ਸਾਂ, ਕੁਝ ਇੱਕ ਦਿਨ ਪਹਿਲਾਂ ਦੀ ਰਿਪੋਰਟ ਹੈ, ਗਲੋਬਲ ਰਿਪੋਰਟ ਔਨ ਫੂਡ ਹੈ, ਗਲੋਬਲ ਫੂਡ ਰਿਪੋਰਟ ਇੱਕ ਛਪੀ ਹੈ, ਉਹਦੇ 'ਚ ਕਿਹਾ ਗਿਆ ਕਿ 2030 ਤੱਕ ਜਿਹੜੀਆਂ ਬਹੁਤ ਸਾਰੀਆਂ ਫਸਲਾਂ ਨੇ ਜਿਹੜੇ ਫਸਲੀ ਝਾੜ ਨੇ, ਖਾਸ ਕਰਕੇ ਪੰਜਾਬ ਦੇ ਵਿੱਚ ਜਾਂ ਭਾਰਤੀ ਖਿੱਤੇ ਦੇ ਵਿੱਚ, ਉਹਨਾਂ ਦੇ ਉੱਤੇ ਇੱਕ ਵੱਡਾ ਪ੍ਰਭਾਵ ਪਊਗਾ ਕਲਾਈਮੇਟ ਚੇਂਜ ਦੇ ਕਰਕੇ। ਤੇ ਇੱਕ ਗਿਣਤੀ ਦੱਸੀ ਗਈ, ਉਹਦੇ 'ਚ ਇੱਕ ਅੰਕੜਾ ਦੱਸਿਆ ਗਿਆ। ਉਹ ਅੰਕੜਾ ਇਸ ਵੇਲੇ ਮੈਂ ਜਿਹੜਾ ਆ ਮੇਰੇ ਤੋਂ ਵਿਸਰ ਗਿਆ, ਮੈਂ ਤੁਹਾਨੂੰ ਬਾਅਦ ਦੇ ਵਿੱਚ ਦੱਸ ਦਿਆਂਗਾ, ਤੁਸੀਂ ਨੀਚੇ ਸਕਰੋਲ ਕਰ ਸਕਦੇ ਹੋ। ਤੋ ਉਹ ਇੱਕ ਲੋਕ ਨੇ ਕਿ ਜਿਹੜੇ ਲੋਕ ਭੁੱਖਮਰੀ ਦਾ ਸ਼ਿਕਾਰ ਹੋਣਗੇ। ਤਾਂ ਗੱਲ ਕੀ, ਉਹਦਾ ਭੁੱਖਮਰੀ ਦਾ ਸ਼ਿਕਾਰ ਹੋਣ ਦਾ ਕਾਰਨ ਕਿ ਸਾਡੇ ਕੋਲੋਂ ਜਿਹੜੀ ਭੋਜਨ ਪਦਾਰਥਾਂ ਦੀ ਉਪਜ ਹੈ ਉਹੀ ਉਨੀ ਨਹੀਂ ਹੋਏਗੀ। ਜਿਹੜੀ ਇੱਕ ਐਗਜ਼ਾਮਪਲ ਜਿਹੜੀ ਤੁਸੀਂ ਹੁਣੇ ਗੱਲ ਕੀਤੀ ਹੈ ਕਿ ਅਸੀਂ ਵੇਖੀ ਵੀ ਹੈ ਇਸ ਵਾਰ ਕਣਕ ਦਾ ਝਾੜ ਘਟਣਾ, ਜਿਹੜੀ ਆਪਾਂ ਗੱਲ ਕਰੀਏ ਕਿ ਘਰਾਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਅਸੀਂ ਪਾਣੀ ਦੀ ਸੁਚੱਜੀ ਵਰਤੋਂ ਕਰੀ ਜਾ ਸਕਦੀ ਹੈ, ਜਾਂ ਘਰਾਂ ਤੋਂ ਬਾਹਰ ਕਿਵੇਂ ਸੁਚੱਜੀ ਵਰਤੋਂ ਕੀਤੀ ਜਾ ਸਕਦੀ ਹੈ। ਬਹੁਤ ਸਾਰੇ ਇਸ ਤਰ੍ਹਾਂ ਦੇ ਤਰੀਕੇ ਹਨ ਜਿਨ੍ਹਾਂ ਦੇ ਨਾਲ ਅਸੀਂ ਕਰ ਸਕਦੇ ਹਾਂ। ਪਹਿਲੀ ਗੱਲ ਤੇ, ਜੇਕਰ ਜਿਹੜੇ ਵੀਰ ਭਾਈ ਨਵੇਂ ਮਕਾਨ ਬਣਾ ਰਹੇ ਨੇ, ਹੋ ਸਕੇ ਤਾਂ ਬਰਸਾਤੀ ਪਾਣੀ ਦੀ ਸਾਂਭ ਸੰਭਾਲ ਦੀ ਇੱਕ ਪ੍ਰਣਾਲੀ, ਇੱਕ ਢਾਂਚਾ ਜਿਹੜਾ ਉਹ ਤਿਆਰ ਕਰੀਏ। ਇਹਦੇ 2 ਤਰ੍ਹਾਂ ਦੇ ਮਾਡਲ ਸਾਡੇ ਕੋਲ ਹਨ। ਇੱਕ ਤਾਂ ਹੈ ਕਿ ਅਸੀਂ ਵੱਖਰਾ ਬੋਰ ਕਰਵਾ ਕੇ ਜੇਕਰ ਪਾਣੀ ਨੂੰ ਜ਼ਮੀਨਦੋਜ਼ ਕਰਨਾ। ਇੱਕ ਹੈ ਕਿ ਜਿਹੜਾ ਐਗਜ਼ਿਸਟਿੰਗ ਬੋਰ ਤੁਹਾਡੇ ਘਰ ਦੇ ਵਿੱਚ ਹੈ, ਜਿਹੜੀ ਪਹਿਲਾਂ ਹੀ ਮੋਟਰ ਲੱਗੀ ਹੋਈ ਹੈ, ਤੁਸੀਂ ਉਸੇ ਬੰਬੀ ਦੇ ਵਿੱਚ ਹੀ ਛੱਤਾਂ ਦੇ ਪਾਣੀ ਨੂੰ ਪਾ ਦੇਣਾ ਆ। ਉਹਦਾ ਫਿਲਟਰੇਸ਼ਨ ਦਾ ਇੱਕ ਤਰੀਕਾ ਹੈ, ਉਹਦੇ ਬਾਰੇ ਜਿਹੜੀ ਜਾਣਕਾਰੀ ਹੈ ਉਹ ਵੱਖਰੇ ਤੌਰ ਤੇ ਵੀ ਜਿਹੜੇ ਸਰੋਤੇ ਤੇ ਦਰਸ਼ਕ ਨੇ ਉਹ ਲੈ ਸਕਦੇ ਨੇ। ਜੇਕਰ ਅੰਕੜਿਆਂ ਦੇ ਨਾਲ ਮੁਲਾਂਕਣ ਕਰੀਏ ਤਾਂ ਜਿਤਨਾ ਪਾਣੀ ਅਸੀਂ ਓਵਰ ਐਕਸਪਲੋਇਡ ਪੰਜਾਬ 'ਚੋਂ ਕਰਦੇ ਹਾਂ, ਤਕਰੀਬਨ ਓਨਾ ਪਾਣੀ ਹੀ ਅਸੀਂ ਮੀਂਹਾਂ ਦੇ ਪਾਣੀ ਨੂੰ ਜੇਕਰ ਜ਼ਮੀਨਦੋਜ਼ ਕਰੀਏ, ਓਨਾ ਹੀ ਮੀਂਹ ਪੰਜਾਬ 'ਚ ਪੈਂਦਾ ਆ। ਤੇ ਜੇਕਰ ਸਾਰਾ ਪੰਜਾਬ ਉਹ ਜ਼ਮੀਨਦੋਜ਼ ਕਰਦਾ ਆ ਤਾਂ ਅਸੀਂ ਤਕਰੀਬਨ ਓਨਾ ਪਾਣੀ ਜਿਹੜਾ ਉਹ ਧਰਤੀ ਦੇ ਹੇਠਾਂ ਭੇਜ ਸਕਦੇ ਹਾਂ। ਇੱਕ ਤਾਂ ਇਹ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਜਿੰਨੇ ਸਮਰੱਥ ਵੀਰ ਹੈਗੇ ਨੇ, ਜਿਨ੍ਹਾਂ ਦੇ ਕੋਲ ਸਮਰੱਥਾ ਹੈ, ਚਾਹੇ ਅਸੀਂ ਰਲ ਕੇ ਪਿੰਡ ਦੇ ਗੁਰੂ ਘਰਾਂ ਦੇ ਵਿੱਚ ਕਰੀਏ, ਪਿੰਡ ਦੇ ਸਕੂਲਾਂ ਦੇ ਵਿੱਚ ਕਰ ਲਈਏ, ਔਰ ਜਿਹੜੇ ਸਮਰੱਥਾ ਰੱਖਦੇ ਨੇ ਸਾਰੇ ਹੀ ਆਪਣੇ ਘਰਾਂ ਦੇ ਵਿੱਚ, ਜਿਹੜੇ ਪੁਰਾਣੇ ਬਣੇ ਹੋਏ ਘਰ ਨੇ ਜੇਕਰ ਨਵੇਂ ਬਣਾ ਰਹੇ ਆ, ਉਹਨਾਂ ਦੇ ਵਿੱਚ ਪਾਣੀ ਨੂੰ ਜ਼ਮੀਨਦੋਜ਼ ਕਰਨ ਦੀ ਪ੍ਰਣਾਲੀ ਜਿਹੜੀ ਆ ਉਹ ਲਾਗੂ ਕਰੀਏ। ਵਿਦੇਸ਼ਾਂ ਦੇ ਵਿੱਚ ਬਹੁਤ ਸਾਰੀਆਂ ਸਰਕਾਰਾਂ ਨੇ ਇਹ ਚੀਜ਼ਾਂ ਲਾਗੂ ਕੀਤੀਆਂ ਹੋਈਆਂ ਨੇ। ਸਾਡੇ ਇੱਥੇ ਜੀ ਇਸ ਤਰ੍ਹਾਂ ਦਾ ਜਿਹੜਾ ਢਾਂਚਾ ਉਹ ਨਹੀਂ ਬਣਿਆ ਹੈਗਾ। ਤਾਂ ਇੱਥੇ ਮੈਨੂੰ ਲੱਗਦਾ ਕਿ ਸਰਕਾਰਾਂ ਦੇ ਤੱਕ ਇਹ ਸੁਨੇਹਾ ਸਾਨੂੰ ਲੋਕਾਂ ਨੂੰ ਲਾਉਣਾ ਚਾਹੀਦਾ ਆ ਕਿ ਜਿੰਨੀਆਂ ਵੀ ਨਵੀਆਂ ਉਸਾਰੀਆਂ ਹੋਣੀਆਂ ਨੇ, ਖਾਸ ਕਰਕੇ ਸਰਕਾਰੀ ਬਿਲਡਿੰਗਾਂ ਦੀਆਂ, ਉਸ ਸਾਰੀ ਉਸਾਰੀ ਦੇ ਵਿੱਚ ਜਿਹੜਾ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਹੈ ਉਹ ਜ਼ਰੂਰੀ ਲਾਜ਼ਮੀ ਕਰ ਦੇਣਾ ਚਾਹੀਦਾ ਆ। ਔਰ ਨਾਲ ਦੀ ਨਾਲ ਇੱਕ ਕੁਝ ਰਕਬਾ ਲਾਜ਼ਮੀ ਕਰ ਦੇਣਾ ਚਾਹੀਦਾ ਜਿਹਦੇ 'ਚ ਗ੍ਰੀਨ ਬੈਲਟ ਉੱਥੇ ਲਾਜ਼ਮੀ ਹੋਣੀ ਚਾਹੀਦੀ ਹੈ। ਤੁਸੀਂ ਅਮਰੀਕਾ ਦੇ ਵਿੱਚ ਜਿੰਨੀਆਂ ਵੀ ਨਵੀਆਂ ਬਿਲਡਿੰਗਾਂ ਬਣਦੀਆਂ ਨੇ, ਮੇਰਾ ਇੱਕ ਵਿਦਿਆਰਥੀ ਆ, ਉਹ ਅਮਰੀਕੀ ਕੰਪਨੀ ਦਾ ਕੰਮ ਕਰਦਾ ਆ,
ਉਸਦੇ ਦੱਸਣ ਮੁਤਾਬਿਕ ਉਹ ਪਲੈਨਿੰਗ ਕਰਦੇ ਨੇ ਤੇ ਨਕਸ਼ੇ ਬਣਾ ਕੇ ਦਿੰਦੇ ਨੇ ਉਹਨਾਂ ਨੂੰ। ਤਾਂ ਤੁਹਾਡਾ ਘਰ ਕਿਸ ਤਰ੍ਹਾਂ ਦਾ ਹੈ, ਉਹਦੇ ਅਨੁਸਾਰ ਤੁਹਾਨੂੰ ਇੱਕ ਗ੍ਰੀਨ ਬੈਲਟ, ਇੱਕ ਘਰ ਦੇ ਵਿੱਚ ਰੁੱਖਾਂ ਦਾ ਰਕਬਾ ਹੋਣਾ ਲਾਜ਼ਮੀ ਹੈ। ਤਾਂ ਉਸ ਤਰ੍ਹਾਂ ਦੀਆਂ ਜਿਹੜੀਆਂ ਲਾਜ਼ਮਤਾਵਾਂ ਹੈਗੀਆਂ ਨੇ, ਸਰਕਾਰ ਨੂੰ ਸਾਡੇ ਲੋਕਾਂ ਤੇ ਵੀ ਲਾ ਦੇਣੀਆਂ ਚਾਹੀਦੀਆਂ ਨੇ। ਬਾਕੀ ਲੋਕਾਂ ਦੀ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਸਾਡੀ, ਲੈ ਕੇ ਬਰਸ਼ ਕਰਨ ਤੋਂ ਤੇ ਜਿੱਥੇ ਅਸੀਂ ਵੱਧ ਪਾਣੀ ਖਪਤ ਕਰਦੇ ਹਾਂ, ਚਾਹੇ ਉਹ ਏਸੀ ਦਾ ਨਿਕਲਿਆ ਹੋਇਆ ਪਾਣੀ ਹੈ, ਚਾਹੇ ਆਰਓ ਦਾ ਪਾਣੀ ਹੈ, ਚਾਹੇ ਘਰ ਧੋਣ ਵੇਲੇ ਦਾ ਪਾਣੀ ਹੈ, ਹਰ ਉਸ ਚੀਜ਼ ਨੂੰ ਬੜਾ ਜ਼ਿੰਮੇਵਾਰੀ ਦੇ ਨਾਲ ਸੁਚੱਜੇ ਤਰੀਕੇ ਦੇ ਨਾਲ ਵਰਤਣਾ ਪਊਗਾ। ਜਿੱਥੇ ਵੀ ਬਚਾ ਸਕਦੇ ਹਾਂ ਬਚਾਉਣਾ ਪਏ। ਜੀ ਜੀ ਤੇ ਪ੍ਰੋਫੈਸਰ ਸਾਹਿਬ, ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਵੀ ਕਿਸਾਨ ਹੈ ਇੱਕ ਵਿਕਟਮ ਹੈ, ਵੀ ਕਿਸਾਨ ਇੱਕ ਜਾਣੀ ਕਿ ਖੁਦ ਇਸ ਚੀਜ਼ ਦੇ ਉੱਤੇ ਨਿਰਭਰ ਹੋ ਚੁੱਕਿਆ, ਤਾਂ ਕਿਸੇ ਸਮੇਂ ਉਸ ਨੂੰ ਇਸ ਵੱਲ ਮੋੜਿਆ ਗਿਆ ਸੀਗਾ ਤੇ ਇਸ ਉੱਤੇ ਨਿਰਭਰ ਕੀਤਾ ਗਿਆ ਸੀ। ਤਾਂ ਇਹ ਕਮੀ ਵੀ ਬਿਲਕੁਲ ਜ਼ਰੂਰ ਹੈ ਵੀ ਸਾਡੀ ਜਿਹੜੀ ਪੰਜਾਬ ਦੀ ਗਵਰਨੈਂਸ ਹੈ, ਉਹ ਪੰਜਾਬ ਦੇ ਜੋ ਇੱਕ ਇਨਵਾਇਰਮੈਂਟਲ ਸਿਸਟਮ ਦੇ ਪ੍ਰਤੀ ਕੁਝ ਜ਼ਿਆਦਾ ਜਿਹੜੇ ਵੱਡੇ ਆ, ਉਹ ਇਸ ਸਮੇਂ ਉਪਰਾਲੇ ਆ ਜਿਹੜੇ ਉਹ ਨਹੀਂ ਕਰ ਰਹੀ। ਤਾਂ ਕੋਈ ਉਹਨਾਂ ਦੇ ਦੁਆਰਾ ਕੋਈ ਇਦਾਂ ਦੇ ਜਾਗਰੂਕ ਕੈਂਪ ਜਾਂ ਕਿਸਾਨਾਂ ਨੂੰ ਨਵੀਆਂ ਆਪਸ਼ਨਸ, ਬਿਕਾਜ਼ 2 ਹਫ਼ਤੇ ਪਹਿਲਾਂ ਮੇਰੀ ਵਾਰਤਾਲਾਪ ਹੋਈ ਸੀਗੀ ਆਪਣੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਐਗਰੋਨੋਮਿਸਟ ਸੀਗੇ ਮੱਖਣ ਸਿੰਘ ਭੁੱਲਰ ਜੀ, ਤੇ ਉਹਨਾਂ ਨੇ ਵੀ ਜਾਣੀ ਕਿ ਵੱਖ-ਵੱਖ ਸਮੇਂ ਦੇ ਉੱਤੇ ਜਿਹੜੀ ਇੱਕ ਜਿਹੜੀ ਝੋਨੇ ਦੀ ਸਿੱਧੀ ਬਿਜਾਈ ਦੀ ਵਿਧੀ ਉੱਤੇ ਜਿਹੜੀ ਆ ਉਹ ਕੰਮ ਕੀਤਾ, ਪ੍ਰਯੋਗ ਕੀਤੇ ਨੇ। ਤਾਂ ਉਹਨਾਂ ਨੇ 2020 ਦੇ ਵਿੱਚ 2 ਸਾਲ ਪਹਿਲਾਂ ਕੁਝ ਕਮੀਆਂ ਪੇਸ਼ੀਆਂ ਸੀਗੀਆਂ ਸਿੱਧੀ ਬਿਜਾਈ ਦੇ ਵਿੱਚ, ਤਾਂ ਉਹਨਾਂ ਨੇ ਦੂਰ ਕਰਨ ਤੋਂ ਬਾਅਦ ਹੁਣ ਉਹ ਇਸ ਚੀਜ਼ ਦੇ ਉੱਤੇ ਵਰਕ ਕਰ ਰਹੇ ਨੇ, ਕਿਸਾਨਾਂ ਨੂੰ ਇੱਧਰ ਪ੍ਰੇਰਿਤ ਕਰ ਰਹੇ ਨੇ। ਤਾਂ ਉਸ ਵਿਧੀ ਨੂੰ ਵੀ ਸਾਡੇ ਕਿਸਾਨਾਂ ਨੂੰ, ਸਾਡੇ ਲੋਕਾਂ ਨੂੰ ਥੋੜਾ ਜਿਹਾ ਸੁਚੇਤ ਹੋ ਕੇ ਕੁਝ ਲਰਨ ਕਰਕੇ ਅਪਣਾਉਣ ਦੀ ਇਸ ਸਮੇਂ ਬੜੀ ਲੋੜ ਹੈ। ਬਿਕੋਜ਼ ਜੇ ਸਾਡੇ ਕੋਲ ਅਲਟਰਨੇਟਿਵ ਨਹੀਂ ਹੈਗਾ, ਬਿਕੋਜ਼ ਜੇ ਸਾਡੇ ਕੋਲ ਝੋਨੇ ਦਾ ਹੁਣ ਬਦਲ ਨਹੀਂ ਹੈ, ਸਰਕਾਰਾਂ ਉਸ ਵੱਲ ਨੂੰ ਸਾਨੂੰ ਵੱਖ-ਵੱਖ ਜਿਹੜੀਆਂ ਹੋਰ ਫਸਲਾਂ ਦੇ ਉਹਦੇ ਉੱਤੇ ਸਾਨੂੰ ਇਨਕਰੇਜ ਨਹੀਂ ਕਰ ਰਹੀਆਂ ਜਾਂ MSP ਨਹੀਂ ਦੇ ਰਹੀਆਂ, ਤਾਂ ਉਸ ਚੀਜ਼ ਨੂੰ ਵੀ ਸਾਨੂੰ ਅਪਣਾਉਣਾ ਚਾਹੀਦਾ। ਤੇ ਜਿਵੇਂ ਪ੍ਰੋਫੈਸਰ ਸਾਹਿਬ ਨੇ ਹੁਣ ਦੱਸਿਆ ਵੀ ਸਾਨੂੰ ਜਿਹੜੀਆਂ ਨਵੀਆਂ ਕੰਸਟਰਕਸ਼ਨਸ ਨੇ, ਚਾਹੇ ਉਹ ਸਾਡੀਆਂ ਮੋਟਰਾਂ ਤੇ ਹੋਣ ਜਾਂ ਸਾਡੇ ਘਰਾਂ ਦੇ ਵਿੱਚ ਹੋਣ, ਤਾਂ ਸਾਨੂੰ ਇੱਦਾਂ ਦਾ ਇੱਕ ਜੋ ਦੁਬਾਰਾ ਇੱਕ ਸਟਰਕਚਰ ਦੇ ਥਰੂ ਇਹਨਾਂ ਤੋਂ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਵੀ ਕਿੱਦਾਂ ਅਸੀਂ ਉਸ ਵਾਟਰ ਨੂੰ ਹੈ ਜਿਹੜਾ ਚਾਹੇ ਮੀਂਹ ਦਾ ਪਾਣੀ ਹੈ ਉਹਨੂੰ ਸਟੋਰ ਕਰਕੇ ਧਰਤੀ ਦੇ ਅੰਦਰ ਹੀ ਉਤਾਰ ਸਕਦੇ ਹਾਂ। ਤਾਂ ਪ੍ਰੋਫੈਸਰ ਸਾਹਿਬ, ਮੈਂ ਤੁਹਾਡੀਆਂ ਕਾਫੀ ਟਾਕ ਸੁਣੀ, ਤੁਹਾਡੀਆਂ ਗੋਸ਼ਟੀਆਂ ਸੁਣੀਆਂ ਸੀਗੀਆਂ, ਉਹਨਾਂ ਦੇ ਵਿੱਚ ਬੜੀ ਬਰੀਕ ਬਰੀਕ ਗੱਲਾਂ ਸੀਗੀਆਂ ਜਿਹੜੀਆਂ ਮੈਨੂੰ ਲੱਗਦੀਆਂ ਨੇ ਵੀ ਛੋਟੀਆਂ ਪਰ ਵੱਡੀਆਂ ਗੱਲਾਂ। ਜਿਵੇਂ ਤੁਸੀਂ ਤੁਹਾਡੇ ਉਹੀ ਮਾਤਾ ਗੁਜਰੀ ਕੌਲਰ ਪ੍ਰੋਫੈਸਰ ਸਾਹਿਬ ਨੇ ਆਪਣੇ ਘਰ ਦੇ ਵਿੱਚ ਵੀ ਇੱਕ ਰੂਟੀਨ ਸੈੱਟ ਕੀਤੀ ਸੀਗੀ, ਬਿਕੋਜ਼ ਇਹ ਚੀਜ਼ ਪਾਣੀ ਦੇ ਨਾਲ ਜਿਵੇਂ ਆਪਾਂ ਸੋਚਿਆ ਹੀ ਆਈਏ, ਤਾਂ ਇੱਕ ਇੱਕ ਘਰ ਤੋਂ ਆਵਾਜ਼ ਉੱਠਣੀ, ਇੱਕ ਇੱਕ ਘਰ ਤੋਂ ਜਦੋਂ ਯਤਨ ਸ਼ੁਰੂ ਹੋਣਗੇ ਤਾਂ ਹੀ ਇਹ ਯਤਨ ਹੈ ਜਿਹੜੇ ਵੱਡੇ ਬਣਨਗੇ ਤੇ ਵੱਡੇ ਪੱਧਰ ਤੇ ਅਸਰਦਾਰ ਹੋਣਗੇ। ਤੇ ਇਹੀ ਜੋ ਅਸੀਂ ਮਾਂ ਰੂਪ ਸਾਡੀ ਜ਼ਰਖੇਜ਼ ਧਰਤੀ ਹੈ, ਉਹਦੀ ਹੋਂਦ ਨੂੰ, ਸਾਡੀ ਹੋਂਦ ਨੂੰ ਦੁਬਾਰਾ ਸੁਰਜੀਤ ਕਰਨ ਵੱਲ ਵਧਣਗੇ। ਤਾਂ ਤੁਸੀਂ ਸਾਡੇ ਦਰਸ਼ਕਾਂ ਨੂੰ, ਸਾਡੇ ਸਰੋਤਿਆਂ ਨੂੰ ਛੋਟੇ ਛੋਟੇ ਜਿੱਥੇ ਵੀ ਉਹ ਪਾਣੀ ਨੂੰ ਬਚਾ ਸਕਦੇ ਨੇ, ਪਾਣੀ ਨੂੰ ਰੀਯੂਜ਼ ਕਰ ਸਕਦੇ ਨੇ, ਕਿਹੜੀਆਂ ਆਦਤਾਂ ਆਪਣੀਆਂ ਛੋਟੀਆਂ ਛੋਟੀਆਂ ਛੱਡ ਕੇ ਛੋਟੇ ਛੋਟੇ ਯਤਨ ਆਪਣੇ ਘਰਾਂ ਤੋਂ ਸ਼ੁਰੂ ਕਰ ਸਕਦੇ ਨੇ ਇਸ ਨਵੇਕਲੀ ਪਹਿਲ ਕਦਮੀ ਵੱਲ ਵਧਣ ਲਈ, ਤੁਸੀਂ ਉਹ ਇਹਨਾਂ ਨੂੰ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸਿਓ। ਜੀ ਦੇਖੋ, ਜਿਸ ਤਰ੍ਹਾਂ ਸਾਡਾ ਆਰਓ ਦਾ ਪਾਣੀ ਹੈ, ਆਰਓ ਦੇ ਪਾਣੀ ਦੀ ਮੁੜ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਜਿਹੜਾ ਸਾਡੇ ਕੋਲ ਏਸੀ ਦਾ ਪਾਣੀ ਹੈ, ਅਸੀਂ ਉਹਦੀ ਮੁੜ ਵਰਤੋਂ ਕਰ ਸਕਦੇ ਹਾਂ। ਅਸੀਂ ਗੱਡੀ ਨੂੰ ਧੋਣਾ ਆ, ਤਾਂ ਗੱਡੀ ਨੂੰ ਧੋਣ ਦੇ ਲਈ ਜਿਹੜਾ ਪਾਣੀ ਹੈ, ਬਜਾਏ ਕਿ ਅਸੀਂ ਮੋਟਰ ਦੇ, ਜੇ ਹੋ ਸਕੇ ਤਾਂ ਬਾਲਟੀਆਂ ਦੇ ਨਾਲ ਧੋਤਾ ਜਾ ਸਕਦਾ ਹੈ। ਤੋ ਇੰਡੀਵਿਜੂਅਲ ਐਫਰਟ ਦੇ ਨਾਲ ਨਾਲ ਸਾਨੂੰ ਜਿਹੜਾ ਸਮੂਹਿਕ ਐਫਰਟ ਜਿਹੜਾ ਹੈ ਉਹ ਕਰਨਾ ਪਊਗਾ। ਮਤਲਬ ਕੱਲਾ ਕੱਲਾ ਜਦੋਂ ਕਰੂਗਾ, ਤੇ ਜਦੋਂ ਅਸੀਂ ਸਮੂਹਿਕ ਤੌਰ ਤੇ ਇੰਜ ਕਰਾਂਗੇ ਤਾਂ ਉਹਦੇ ਨਾਲ ਵੱਡੇ ਬਦਲ ਆਉਣਗੇ। ਇਸ ਤੋਂ ਇਲਾਵਾ ਜੇਕਰ ਮੈਂ ਦੂਸਰੀ ਗੱਲ ਕਰਾਂ ਨਾਲ ਹੀ, ਤਾਂ ਜਿਸ ਤਰ੍ਹਾਂ ਖੇਤਾਂ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਹੁਣ, ਬਹੁਤ ਸਾਰੇ ਲੋਕਾਂ ਨੇ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਜਿਹੜੀ ਸਾਡੇ ਨਾਲ ਗੱਲਬਾਤ ਹੋਈ ਹੈ, ਝੋਨੇ ਦੇ ਹਿੱਤ ਰਕਬਾ ਘਟਾਇਆ ਆ। ਜਿਹੜੇ ਵੀਰ NRI ਨੇ, ਜਿਹੜੇ ਵੀਰ ਤੁਹਾਡੇ ਚੈਨਲ ਦੇ ਥਰੂ ਸੁਣ ਰਹੇ ਨੇ, ਜਿਨ੍ਹਾਂ ਦੀ ਜੀਵਿਕਾ, ਜਿਨ੍ਹਾਂ ਦੀ ਰੋਜੀ ਰੋਟੀ ਖੇਤੀ ਤੇ ਨਿਰਭਰ ਨਹੀਂ ਹੈ, ਉਹਨਾਂ ਦੀਆਂ ਚੰਗੀਆਂ ਜ਼ਮੀਨਾਂ ਪੰਜਾਬ ਦੇ ਵਿੱਚ ਹਨ, ਤਾਂ ਉਹਨਾਂ ਵੀਰਾਂ ਦੀ ਇੱਕ ਵੱਡਾ ਦਿਲ ਕਰਕੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਕਿ ਜਿਨ੍ਹਾਂ ਨੂੰ ਉਹ ਜ਼ਮੀਨਾਂ ਠੇਕੇ ਤੇ ਦੇ ਰਹੇ ਨੇ,
ਦੋ ਸ਼ਰਤਾਂ ਤੇ ਆਪਣੀ ਜ਼ਮੀਨ ਠੇਕੇ ਤੇ ਠੇਕਾ ਘਟਾ ਕੇ ਦੇ ਦੇਣ। ਇੱਕ ਸ਼ਰਤ ਇਹ ਕਿ ਤੁਸੀਂ ਉੱਥੇ ਝੋਨਾ ਨਹੀਂ ਬੀਜੋਗੇ, ਦੂਸਰੀ ਸ਼ਰਤ ਇਹ ਕਿ ਤੁਸੀਂ ਅੱਗ ਨਹੀਂ ਲਗਾਓਗੇ ਨਾਲ। ਜੀ ਉਹ ਜੇਕਰ 50,000 ਠੇਕਾ ਲੈਂਦੇ ਨੇ, 40 ਲੈ ਲੈਣ, 35 ਲੈ ਲੈਣ, ਕਿਉਂਕਿ ਜਿਹੜਾ ਕਿਸਾਨ ਕਹਿੰਦਾ ਕਿ ਮੈਨੂੰ ਦੂਸਰੀਆਂ ਫਸਲਾਂ ਤੋਂ ਉਪਜ ਘੱਟ ਹੋਏਗੀ, ਹਾਲਾਂਕਿ ਸਾਨੂੰ ਵਾਪਸ ਬਿਰਤੀ ਵੀ ਉਸ ਤੇ ਆਉਣਾ ਪੈਣਾ ਹੈ, ਜਿਹੜੀ ਬਿਰਤੀ ਦੀ ਗੱਲ ਗੁਰੂ ਨਾਨਕ ਸਾਹਿਬ ਕਰਦੇ ਨੇ। ਲੇਕਿਨ ਇੱਕ ਵੱਡੀ ਜ਼ਿੰਮੇਵਾਰੀ ਨਾ ਮੈਨੂੰ ਲੱਗਦਾ ਜਿਹੜਾ ਸਾਡਾ ਨੌਕਰੀ ਪੇਸ਼ੇ ਵਾਲਾ ਤਬਕਾ ਔਰ ਜਿਹੜਾ ਸਾਡਾ NRI ਵੀਰ ਬੈਠੇ ਨੇ, ਇੱਕ ਵੱਡੀ ਐਗਜ਼ਾਮਪਲ ਸੈੱਟ ਕਰ ਸਕਦੇ ਨੇ ਜੇਕਰ ਇਹ ਇੱਕ ਵੱਡਾ ਦਿਲ ਕਰਕੇ ਕਹਿਣ ਕਿ ਹਾਂ ਅਸੀਂ ਜ਼ਿੰਮੇਵਾਰੀ ਲੈਂਦੇ ਹਾਂ ਤੇ ਅਸੀਂ ਝੋਨੇ ਹੇਠ ਰਕਬਾ ਘਟਾ ਰਹੇ ਹਾਂ। ਅਸੀਂ ਜਿਹਨੂੰ ਵੀ ਆਪਣੀ ਜ਼ਮੀਨ ਚਾਹੇ 100, 50, 10, 20, 5 ਕਿੱਲੇ ਨੇ ਚਾਹੇ ਉਹ ਦੇ ਰਹੇ ਹਾਂ, ਅਸੀਂ ਝੋਨੇ ਹੇਠੋਂ ਰਕਬਾ ਖਤਮ ਕਰਨ ਦੇ ਲਈ ਅਗਲੇ ਨੂੰ ਇਹ ਕਹਿ ਰਹੇ ਹਾਂ ਕਿ ਤੁਸੀਂ ਇੱਥੇ ਝੋਨਾ ਨਹੀਂ ਬੀਜਣਾ। ਅਗਰ ਅਸੀਂ ਇਸ ਚੀਜ਼ ਨੂੰ ਪ੍ਰਮੋਟ ਵੀ ਕਰਾਂਗੇ, ਜਿਹੜਾ ਵੀ ਵੀਰ ਝੋਨੇ ਹੇਠੋਂ ਰਕਬਾ ਘਟਾਉਂਦਾ ਆ ਤੇ ਸਾਨੂੰ ਉਸ ਦੀ ਜਾਣਕਾਰੀ ਦਿੰਦਾ, ਅਸੀਂ ਉਸ ਚੀਜ਼ ਦੀ ਸ਼ਲਾਘਾ ਔਰ ਉਸ ਚੀਜ਼ ਨੂੰ ਪ੍ਰਮੋਟ ਵੀ ਕਰਾਂਗੇ ਜਿੰਨੇ ਲੋਕਾਂ ਤੱਕ ਅਸੀਂ ਖੁਦ ਪਹੁੰਚਾ ਸਕਦੇ ਹੋਏ, ਕਿਉਂਕਿ ਉਹਨਾਂ ਨੇ ਇੱਕ ਐਗਜ਼ਾਮਪਲ ਸੈੱਟ ਕਰਨੀ ਹੈ ਜੀ ਲੋਕਾਂ ਦੇ ਨੇ। ਨਾਲ ਦੀ ਨਾਲ ਜਿਹੜੇ ਪੰਜਾਬ ਦੇ ਵਿੱਚ ਸੁਣ ਰਹੇ ਨੇ ਉਹਨਾਂ ਦੇ ਲਈ ਹੈ ਕਿ ਜਿਸ ਤਰ੍ਹਾਂ ਨਾ ਅਸੀਂ ਥੋੜਾ ਜਿਹਾ ਅਸੀਂ ਆਪ ਵੇਸਲੇ ਹੋਏ ਆ, ਅਸੀਂ ਕੀ ਕਰਦੇ ਆ ਕਿ ਖੇਤਾਂ ਨੂੰ ਵੱਡੇ ਕਿਆਰਿਆਂ ਦੇ ਵਿੱਚ ਪਾਣੀ ਲਾ ਦਿੰਦੇ ਆ, ਪੂਰੇ ਕਿੱਲੇ ਨੂੰ ਪਾਣੀ ਛੱਡਿਆ ਹੁੰਦਾ। ਉਹਦੇ ਨਾਲ ਜੇਕਰ ਲਾਈਟ ਚਲ ਜਾਂਦੀ ਹੈ, ਬੱਤੀ ਚਲ ਜਾਂਦੀ ਹੈ, ਤਾਂ ਮੁੜ ਤੋਂ ਅਗਲੇ ਦਿਨ ਆਈ ਬੱਤੀ ਨੇ ਦੁਬਾਰੇ ਪਹਿਲਾਂ ਜਿਹੜੀ ਜ਼ਮੀਨ ਨੂੰ ਪਾਣੀ ਲੱਗ ਚੁੱਕਿਆ ਸੀਗਾ ਉਸ ਜੀ ਤੋਂ ਹੋ ਕੇ ਅੱਗੇ ਜਾਣਾ ਆ, ਤਾਂ ਜੀ ਉਹ 3, 4, 5 ਗੁਣਾ ਜਿਹੜਾ ਪਾਣੀ ਖਰਾਬ ਹੁੰਦਾ। ਖਾਸ ਕਰਕੇ ਉੱਥੇ ਵੀ ਬੜਾ ਧਿਆਨ ਦੇਣ ਦੀ ਲੋੜ ਹੈ ਕਿ ਛੋਟੇ ਕਿਆਰੇ ਪਾ ਕੇ ਅਸੀਂ ਜਿੱਥੇ ਜਿੱਥੇ ਵੀ ਬਚਾਇਆ ਜਾ ਸਕਦਾ ਹੈਗਾ ਉੱਥੇ ਬਚਾਈਏ। ਜੀ 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 ਬਹੁਤ ਵਧੀਆ ਇਹ ਉਪਰਾਲਾ ਜਿਹੜਾ ਕਿਸਾਨਾਂ ਦੇ ਲਈ, ਵੀਰਾਂ ਦੇ ਲਈ ਹੈ। ਬਿਕੋਜ਼ ਸਾਡੇ ਜਿਹੜਾ ਪੰਜਾਬ ਦਾ ਪ੍ਰੋਫੈਸਰ ਸਾਹਿਬ, ਇੱਥੇ ਫੋਰਨ ਕੰਟਰੀ ਦੇ ਮੁਕਾਬਲੇ ਜੇ ਅਸੀਂ ਦੇਖਿਆ ਜਾਵੇ ਤਾਂ ਸਾਡਾ ਖੇਤਾਂ ਨੂੰ ਸਿੰਜਣ ਦਾ ਜਿਹੜਾ ਤਰੀਕਾ ਹੈ ਉਹ ਬਹੁਤਾ ਕੋਈ ਜਾਣੀ ਕਿ ਇੱਕ ਵਧੀਆ ਨਹੀਂ ਕਹਿ ਸਕਦੇ ਆਪਾਂ ਉਹਨੂੰ। ਬਿਕੋਜ਼ ਤੁਹਾਡੀ ਗੱਲ ਸਹੀ ਹੈ ਵੀ ਜਦੋਂ ਇੱਕ ਦਿਨ ਦਾ ਪਾਣੀ ਘਟ ਜਾਂਦਾ ਤਾਂ ਫਿਰ ਉਸੇ ਰਾਸਤੇ, ਉਸੇ ਖਾਲ ਨੂੰ ਜਿੰਨਾ ਖੇਤ ਲੱਗ ਚੁੱਕਿਆ ਫਿਰ ਦੁਬਾਰਾ ਉਸ ਦੇ ਹਿੱਸੇ ਦੇ ਉੱਤੇ ਸਿਮ ਕੇ ਪਾਣੀ ਅੱਗੇ ਜਾਂਦਾ ਹੈ। ਤਾਂ ਇਸ ਦੇ ਵਿੱਚ ਵੀ ਆਪਾਂ ਇੱਕ ਨਵੀਆਂ ਵਿਧੀਆਂ, ਜਾਂ ਸਰਕਾਰ ਨੂੰ ਮੈਂ ਰਿਕੁਐਸਟ ਕਰਨੀ ਚਾਹੁੰਦਾ ਆਪਣੇ ਅਦਾਰੇ ਵੱਲੋਂ ਵੀ, ਤਾਂ ਪ੍ਰੋਫੈਸਰ ਸਾਹਿਬ ਉਹਨਾਂ ਦੇ ਜਿਹੜੇ ਮੰਚ ਆ ਉਹਨਾਂ ਵੱਲੋਂ ਵੀ ਤੁਸੀਂ ਕੁਝ ਐਗਰੀਕਲਚਰ ਜਿਹੜੀਆਂ ਸੁਸਾਇਟੀਜ਼ ਨੇ, ਕੋਆਪਰੇਟਿਵ ਸੁਸਾਇਟੀ ਨੇ ਜਾਂ ਪੰਜਾਬ ਐਗਰੀਕਲਚਰ ਡਿਵੈਲਪਮੈਂਟ ਬੈਂਕ ਵੀ ਨੇ ਜਿਹੜੇ, ਤਾਂ ਪਲੀਜ਼ ਤੁਸੀਂ ਕਿਸਾਨਾਂ ਨਾਲ ਰਾਬਤਾ ਕਾਇਮ ਕਰਕੇ ਕੁਝ ਏਦਾਂ ਦੀ ਜੋ ਫਾਊਂਟੇਨ ਵਿਧੀ ਆ, ਫੁਹਾਰਾ ਟਾਈਪ ਵਿਧੀ ਹੈ, ਤਾਂ ਉਹ ਤੁਸੀਂ ਪਲੀਜ਼ ਉੱਥੇ ਦੇ ਕਿਸਾਨਾਂ ਨੂੰ ਉਸ ਪ੍ਰਤੀ ਜਾਗਰੂਕ ਕਰਕੇ ਉਹਨਾਂ ਦੇ ਉੱਤੇ ਸਬਸਿਡੀਆਂ ਜਾਂ ਉਹ ਮਸ਼ੀਨਰੀ ਉਹਨਾਂ ਨੂੰ ਪ੍ਰੋਵਾਈਡ ਕਰਵਾਈ ਜਾਵੇ। ਬਿਕੋਜ਼ ਪੰਜਾਬ ਖੇਤੀ ਬਿਨਾਂ ਤਾਂ ਨਹੀਂ ਚੱਲ ਸਕਦਾ, ਸਾਡੇ ਲੋਕ ਖੇਤੀ ਬਿਨਾਂ ਨਹੀਂ ਚੱਲ ਸਕਦੇ। ਬਿਕੋਜ਼ ਬਾਕੀ ਹਿੰਦੁਸਤਾਨ ਤੱਕ ਜਾਂ ਬਾਕੀ ਵੱਖ-ਵੱਖ ਕੰਟਰੀਜ਼ ਤੱਕ ਸਾਡਾ ਜੋ ਫੂਡ ਆ ਅਨਾਜ ਜਾਂਦਾ, ਉਹਦੀ ਪੈਦਾਵਾਰ ਤਾਂ ਅਸੀਂ ਕਰਨੀ ਹੀ ਕਰਨੀ ਹੈ। ਤਾਂ ਕੁਝ ਏਦਾਂ ਦੀਆਂ ਵਿਧੀਆਂ ਤੱਕ ਵੀ ਕਿਸਾਨਾਂ ਨੂੰ ਜਿਹੜਾ ਜਾਣੂ ਕਰਵਾਇਆ ਜਾਵੇ, ਤਾਂ ਕਿ ਜੋ ਅਸੀਂ ਇਨਵਾਇਰਮੈਂਟ ਨੂੰ, ਆਪਣੀ ਪਾਣੀ ਨੂੰ ਸਾਂਭ ਕੇ ਉਸਦੀ ਘੱਟ ਤੋਂ ਘੱਟ ਵਰਤੋਂ ਕਰਕੇ ਤੇ ਵੱਧ ਤੋਂ ਵੱਧ ਜਿਹੜਾ ਲਾਹਾ ਲੈ ਸਕੀਏ। ਤਾਂ ਪ੍ਰੋਫੈਸਰ ਸਾਹਿਬ, ਅੰਤ ਦੇ ਵਿੱਚ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਸਾਡੇ ਸਰੋਤਿਆਂ ਨੂੰ ਆਪਣੇ ਵੱਲੋਂ ਇੱਕ ਜ਼ਰੂਰ ਮੈਸੇਜ ਦਿਓ ਵੀ ਤੁਸੀਂ ਵੱਖ-ਵੱਖ ਥਾਵਾਂ ਤੇ ਜਾ ਕੇ ਇਸ ਚੀਜ਼ ਨੂੰ ਪ੍ਰਚਾਰ ਵੀ ਕਰਦੇ ਹੋ, ਜਲ ਸੰਕਟ ਗੋਸ਼ਟੀਆਂ ਦੇ ਥਰੂ ਅਲੱਗ-ਅਲੱਗ ਕਾਲਜਸ ਦੇ ਵਿੱਚ ਜਾ ਕੇ ਵੀ ਲੋਕਾਂ ਨੂੰ ਜਾਗਰੂਕ ਕਰਦੇ ਹੋ। ਜੇ ਤੁਹਾਡੇ ਨਾਲ ਕਿਸੇ ਵੀ ਪਿੰਡ ਦੇ ਕਿਸਾਨਾਂ ਨੇ ਇਕੱਠੇ ਹੋ ਕੇ, ਜਾਂ ਕਿਸੇ ਵੀ ਮੰਚ ਨੇ, ਜਾਂ ਕਿਸੇ ਯੂਥ ਨੇ, ਜਾਂ ਉਹਨਾਂ ਨੇ ਇਕੱਠੇ ਹੋ ਕੇ ਤੁਹਾਡੇ ਨਾਲ ਸੰਪਰਕ ਕਰਕੇ ਕਿਸੇ ਵੀ ਤਰੀਕੇ ਦੀ ਜਲ ਸੰਕਟ ਜਿਹੜੀ ਗੋਸ਼ਟੀ ਹੈ ਆਪਣੇ ਪਿੰਡ ਦੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ, ਜਾਂ ਕਿਸੇ ਵੀ ਹੋਰ ਇਲਾਕੇ ਦੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕਰਵਾਉਣੀ ਹੋਵੇ, ਤਾਂ ਉਹ ਤੁਹਾਡੇ ਨਾਲ ਕਿਵੇਂ ਤੇ ਕਿਸ ਤਰ੍ਹਾਂ ਜਿਵੇਂ ਸੰਪਰਕ ਕਰ ਸਕਦੇ ਨੇ, ਤੇ ਕਿਵੇਂ ਉਹ ਇਸ ਚੀਜ਼ ਵੱਲ ਤੁਹਾਡੇ ਨਾਲ ਕਦਮ ਮਿਲਾ ਕੇ ਚੱਲ ਸਕਦੇ ਨੇ? ਜੀ ਸਾਡਾ ਫੇਸਬੁੱਕ ਪੇਜ ਹੈ, ਸਾਡਾ ਇੰਸਟਾਗ੍ਰਾਮ ਪੇਜ ਹੈ, ਉਸ ਤੋਂ ਇਲਾਵਾ ਨੰਬਰ ਮੈਂ ਤੁਹਾਨੂੰ ਹੁਣੇ ਮੈਸੇਜ ਕਰ ਦਿਆਂਗਾ, ਤੁਸੀਂ ਆਪਣੀ ਸਕਰੀਨ ਤੇ ਨੀਚੇ ਸਕਰੋਲ ਕਰ ਦੇਣਾ। ਉਹ ਨੰਬਰ ਜਿਹੜਾ ਹੈ ਉਸ ਨੰਬਰ ਦੇ ਥਰੂ ਸਾਡੇ ਨਾਲ ਸੰਪਰਕ ਜਿਹੜਾ ਕੀਤਾ ਜਾ ਸਕਦਾ ਆ। ਔਰ ਸਾਡੇ ਲਈ ਇਹ ਖੁਸ਼ੀ ਦੀ ਗੱਲ ਹੋਏਗੀ, ਚਾਹੇ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਦੀ ਗੱਲ ਹੈ, ਚਾਹੇ ਜਿਸ ਤਰ੍ਹਾਂ ਝਿੜੀਆਂ ਲਾਉਣ ਦੀ ਗੱਲ ਹੈ। ਜੇਕਰ ਆਪਣੇ ਤੁਸੀਂ ਪਿੰਡ ਥਾਂ ਦੇ ਵਿੱਚ ਝਿੜੀਆਂ ਜਿਹੜੀਆਂ ਨੇ ਰੁੱਖਾਂ ਹੇਠ ਰਕਬਾ ਵਧਾਉਣਾ ਆ, ਅਸੀਂ ਕਿਸੇ ਤੋਂ ਮਾਈਕ ਕੁਛ ਨਹੀਂ ਲੈਣਾ ਹੈਗਾ, ਅਸੀਂ ਕਿਸੇ ਤੋਂ ਪੈਸਾ ਨਹੀਂ ਲੈਣਾ ਬਿਲਕੁਲ ਵੀ। ਅਸੀਂ ਵਿੱਤੀ ਸਹਾਇਤਾ ਕਰਾਂਗੇ ਵੀ ਨਹੀਂ, ਲੇਕਿਨ ਅਸੀਂ ਲਵਾਂਗੇ ਵੀ ਨਹੀਂ। ਸਾਡੇ ਵੱਲੋਂ ਗਾਈਡੈਂਸ ਜਿੰਨੀ ਹੈ ਉਹ ਅਸੀਂ ਜੋ ਕਰ ਸਕਦੇ ਹੋਏ ਉੱਥੇ ਜਾ ਕੇ ਕਿਹੜੀ ਵਿਧੀ ਹੈ, ਕੀ ਕਰਨਾ, ਕਿਵੇਂ ਕਰਨਾ, ਉਹ ਅਸੀਂ ਜ਼ਰੂਰ ਕਰਾਂਗੇ। ਤੇ ਸੰਪਰਕ ਦੇ ਲਈ ਜਿਹੜਾ ਨੰਬਰ ਹੈ ਉਹ ਮੈਂ ਤੁਹਾਨੂੰ ਜਲਦੀ ਭੇਜ ਦਿੰਦਾ ਆ, ਤੁਸੀਂ ਨਾਲ ਦੀ ਨਾਲ ਇਹਦੇ ਵਿੱਚ ਫਿੱਟ ਵੀ ਕਰ ਦੇਣਾ।
ਮੈਨੂੰ ਅਸਲ 'ਚ ਯਾਦ ਨਹੀਂ ਹੈ, ਕਲਿੱਪ ਇੰਨੀ ਕੱਟ ਲਿਓ ਹੁਣ ਤੁਸੀਂ। ਨਾ, ਨੋ ਤੇ ਵਰੀਜ਼। ਜੀ, ਜੀ। ਉਹ ਮੈਂ ਤੇ ਤੁਹਾਨੂੰ ਨੰਬਰ ਭੇਜ ਦਿੰਦਾ, ਮੈਂ ਬੋਲ ਕੇ ਵੌਇਸ ਨੋਟ ਭੇਜ ਦੇਵਾਂਗਾ, ਜੀ, ਤਾਂ ਤੇ ਉਸ ਨੰਬਰ ਆਪਾਂ ਤੇ ਇਸ ਆਪਣਾ ਨੂੰ ਮੈਂਸ਼ਨ ਸੰਪਰਕ ਕਰ ਵੀ ਸਕਦੇ ਆਪਾਂ ਸਾਰੇ ਕਰ ਦਾਂਗੇ, ਪਰ ਤੁਸੀਂ ਇੱਕ ਵਾਰ ਪਲੀਜ਼ ਨੰਬਰ ਜੇ ਜੀ। ਬੋਲ ਵੀ ਦਓ ਤਾਂ ਜਿਹੜੇ ਸਾਡੇ ਔਨ 에ਅਰ ਇਸ ਟਾਈਮ ਲਿਸਨਰਸ ਜੋ ਸਾਨੂੰ ਸੁਣ ਰਹੇ ਹੋਣਗੇ, ਤਾਂ ਕਿਉਂਕਿ ਸਭ ਤੋਂ ਬੜੀ ਉਮੀਦ ਸਾਨੂੰ ਐਨਆਰਆਈਜ਼ ਤੇ ਹੁੰਦੀ ਹੈ, ਜਿਵੇਂ ਤੁਸੀਂ ਪਹਿਲਾਂ ਵੀ ਇੱਕ ਉਮੀਦ ਜਤਾਈ ਹੈ, ਤਾਂ ਮੈਂ ਵੀ ਆਪਣੇ ਵਰਗੇ ਯੂਥ ਤੋਂ, ਸਾਰੇ ਦੋਸਤਾਂ ਮਿੱਤਰਾਂ ਤੋਂ ਇਹ ਉਮੀਦ ਕਰਦਾ ਵੀ ਪਲੀਜ਼ ਤੁਸੀਂ ਆਏ ਹੋ, ਇੱਥੇ ਰਹਿ ਰਹੇ ਹੋ, ਇੱਥੇ ਦੇ ਮਾਹੌਲ ਤੇ ਸਿਸਟਮ ਨੂੰ ਅਬਜ਼ਰਵ ਕਰਦੇ ਹੋ, ਇੱਥੇ ਜਿਉਂਦੇ ਹੋ, ਤਾਂ ਸਾਡਾ ਵੀ ਫਰਜ਼ ਬਣਦਾ ਵੀ ਜਿਹੜਾ ਸਾਡੀਆਂ ਜੜ੍ਹਾਂ ਨੇ, ਸਾਡਾ ਆਲ੍ਹਣਾ ਹੈ, ਅਸੀਂ ਉਸ ਨੂੰ ਵੀ ਹਰਾ ਭਰਾ ਤੇ ਇੱਕ ਰੰਗਲਾ ਬਣਾਈਏ। ਤਾਂ ਜਿੰਨੇ ਵੀ ਐਨਆਰਆਈਜ਼ ਨੇ ਆਪਣੇ ਆਪਣੇ ਪਿੰਡ ਦੀ ਤਾਂ ਸਾਨੂੰ ਰਿਸਪੌਂਸਿਬਿਲਿਟੀ ਲੈਣੀ ਬਣਦੀ ਹੈ, ਕਿਉਂਕਿ ਮਾਲਕ ਵੱਲੋਂ ਕਿਰਪਾ ਹੋਈ ਹੈ ਤਾਂ ਤੁਹਾਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਵਿੱਚ ਫਰਕ ਦੇਖਣ ਨੂੰ ਤੇ ਮਹਿਸੂਸ ਕਰਨ ਨੂੰ ਮਿਲਿਆ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਅਸੀਂ ਕੋਈ ਪੁਖਤਾ ਪੰਜਾਬ ਲਈ, ਪੰਜਾਬੀਅਤ ਲਈ ਜਾਂ ਸਾਡੀ ਉਸ ਧਰਤੀ ਦੇ ਲਈ ਕੁਝ ਕਰਨਾ ਚਾਹੁੰਦੇ ਹਾਂ, ਤਾਂ ਅਸੀਂ ਉਸ ਨੂੰ ਸੁਰਜੀਤ ਰੱਖਣ ਲਈ, ਸੁਰਜੀਤ ਕਰਨ ਲਈ ਅਤੇ ਦਿਨ ਪਰ ਦਿਨ ਉਹਦੇ ਉੱਤੇ ਵਧੀਆ ਹਰੇ ਭਰੇ ਫੁੱਲ ਬੂਟੇ, ਜੰਗਲ ਜਾਂ ਇਨਵਾਇਰਮੈਂਟ ਬਾਰੇ ਸੋਚਣ ਦੀ ਬੜੀ ਜ਼ਰੂਰਤ ਹੈ। ਤਾਂ ਪ੍ਰੋਫੈਸਰ ਸਾਹਿਬ ਹੁਣੇ ਨੰਬਰ ਆਪਣਾ ਬੋਲਣਗੇ, ਤਾਂ ਤੁਸੀਂ ਪਲੀਜ਼ ਜਿੰਨੇ ਵੀ ਸਾਡੇ ਲਿਸਨਰ ਨੇ ਤੁਸੀਂ ਉਹ ਨੋਟ ਕਰਕੇ ਤਾਂ ਤੁਸੀਂ ਇਹਨਾਂ ਦੇ ਨਾਲ ਜਿਹੜਾ ਸੰਪਰਕ ਸਪਸ਼ਟ ਸਾਧ ਸਕਦੇ ਹੋ। ਜੀ, ਮੈਂ 1 ਮਿੰਟ ਦੇ ਵਿੱਚ ਹੀ ਤੁਹਾਨੂੰ ਨੰਬਰ ਵੀ ਜਿਹੜਾ ਉਹ ਦੱਸ ਰਿਹਾ ਆ। ਉਸ ਤੋਂ ਇਲਾਵਾ ਇੱਕ, ਕਿਉਂਕਿ ਸਾਡੇ ਸਰੋਤਿਆਂ ਦੇ ਵੱਲੋਂ ਜਾਂ ਜਿਹੜੇ ਦਰਸ਼ਕ ਸਾਡੀਆਂ ਜਿਹੜੀ ਗੱਲਬਾਤ ਨੂੰ ਫੇਸਬੁੱਕ ਦੇ ਥਰੂ ਸੁਣਦੇ ਨੇ ਜਾਂ ਸਾਨੂੰ ਅੱਗੇ ਪਿੱਛੇ ਮਿਲਦੇ ਨੇ, ਉਹ ਇਤਰਾਜ਼ ਕਰਦੇ ਹੁੰਦੇ ਨੇ ਕਈ ਵਾਰ ਕਿ ਤੁਸੀਂ ਅਹ, ਧਰਤੀ ਹੇਠਲੇ ਪਾਣੀ ਦੀ ਗੱਲ ਤਾਂ ਕਰ ਰਹੇ ਹੋ, ਤੁਸੀਂ ਦਰਿਆਈ ਪਾਣੀਆਂ ਦੀ ਗੱਲ ਨਹੀਂ ਕਰ ਰਹੇਗੇ। ਤਾਂ ਜੀ। ਦਰਿਆਈ ਪਾਣੀਆਂ ਦੇ ਲਈ ਕਿਉਂਕਿ ਤੁਹਾਡੇ ਵੀ ਪ੍ਰੋਗਰਾਮ ਨੂੰ ਸੁਣ ਕੇ ਬਾਅਦ ਦੇ ਵਿੱਚ ਕੋਈ ਇਤਰਾਜ਼ ਕਰ ਸਕਦਾ ਹੈ ਜਾਂ ਇਹ ਕਹਿ ਸਕਦਾ ਕਿ ਡਾਇਵਰਟ ਕੀਤਾ ਆ, ਤਾਂ ਉਹਨਾਂ ਦੇ ਲਈ ਇਹ ਬੇਨਤੀ ਕਰਾਂ ਕਿ 3 ਤਰ੍ਹਾਂ ਦੇ ਹੱਲ ਹੁੰਦੇ ਨੇ। ਇੱਕ ਹੁੰਦਾ ਫੌਰੀ ਹੱਲ, ਇੱਕ ਹੁੰਦਾ ਥੋੜੇ ਸਮੇਂ ਦਾ ਹੱਲ, ਤੇ ਇੱਕ ਹੱਲ ਜਿਹੜਾ ਜਿਸਨੇ ਲੰਮਾ ਸਮਾਂ ਲੈਣਾ ਆ। ਜਿਹੜਾ ਦਰਿਆਈ ਪਾਣੀਆਂ ਵਾਲਾ ਹੱਲ ਹੈ ਉਹ ਲੰਮੇ ਸਮੇਂ ਦਾ ਹੱਲ ਹੈ, ਉਹਦੇ 'ਚ ਰਾਜਨੀਤਿਕ ਇਨਪੁਟ ਦੀ ਵੀ ਲੋੜ ਹੈ, ਤੇ ਰਾਜਨੀਤਿਕ ਲੋਕਾਂ ਤੇ ਦਬਾਅ ਸਾਨੂੰ ਲੋਕਾਂ ਨੂੰ ਬਣਾਉਣਾ ਪੈਣਾ ਆ। ਜੀ। ਉਹ ਦਬਾਅ ਬਣਾਉਣ ਦੇ ਲਈ ਪਹਿਲਾਂ ਸਮੱਸਿਆ ਦੀ ਗੰਭੀਰਤਾ ਨੂੰ ਸਮਝਣਾ ਪੈਣਾ ਕਿ ਸਮੱਸਿਆ ਕਿੰਨੀ ਗੰਭੀਰ ਹੈ, ਔਰ ਸਮੱਸਿਆ ਦੀ ਗੰਭੀਰਤਾ ਨੂੰ ਸਮਝਣ ਤੋਂ ਬਾਅਦ ਨਾਲ ਦੀ ਨਾਲ ਅਸੀਂ ਇਹ ਵੇਟ ਤਾਂ ਨਹੀਂ ਨਾ ਕਰ ਸਕਦੇ ਕਿ ਸਾਨੂੰ 15 ਸਾਲ ਜਾਂ 20 ਸਾਲ ਜਾਂ 10 ਸਾਲ ਜਿਹੜਾ ਸਾਡਾ ਦਰਿਆਈ ਪਾਣੀ ਆ ਉਹ ਮਿਲਣ ਤੇ ਲੱਗ ਜਾਣ, ਤੇ ਉਨੀ ਦੇਰ ਤੱਕ ਅਸੀਂ ਪਾਣੀ ਦਾ ਜਿਹੜਾ ਲੈਵਲ ਹੈ, ਜਿਹੜਾ ਗਰਾਊਂਡ ਵਾਟਰ ਦਾ ਲੈਵਲ ਹੈ, ਉਹ ਜਿੰਨਾ ਹੇਠਾਂ ਜਾ ਸਕਦਾ ਉਨਾ ਹੇਠਾਂ ਜਾਣ ਦਈਏ। ਤਾਂ ਸਾਨੂੰ ਉਹਦੇ ਲਈ ਵੀ ਕਾਰਜਸ਼ੀਲ ਹਾਂ, ਜਿਹੜੇ ਵੀਰ ਉਹਦੇ 'ਚ ਸਾਨੂੰ ਚੰਗੀ ਇਨਪੁਟ ਦੇ ਸਕਦੇ ਨੇ, ਜਿਨ੍ਹਾਂ ਦੇ ਕੋਲੇ ਉਹਦੇ ਤੇ ਲੰਮੀਆਂ ਜਾਂ ਵੱਡੀਆਂ ਸਟੱਡੀਜ਼ ਹੈਗੀਆਂ ਨੇ, ਉਹ ਵੀ ਸਾਡੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ। ਉਹਦੇ ਤੇ ਵੀ ਇੱਕ ਪਬਲਿਕ ਪ੍ਰੈਸ਼ਰ ਬਣਾਉਣਾ ਪੈਣਾ ਹੈ। ਜਿਵੇਂ ਕਿਸਾਨ ਅੰਦੋਲਨ ਦੇ ਵੇਲੇ ਇੱਕ ਪਬਲਿਕ ਪ੍ਰੈਸ਼ਰ ਬਣਿਆ, ਸਰਕਾਰ ਦੀ ਇਹ ਜੀ। ਮਜਬੂਰੀ ਬਣੀ ਜੀ। ਕਿ ਉਹਨਾਂ ਨੂੰ ਜਿਹੜਾ ਹੈਗਾ ਉਹ ਖੇਤੀ ਬਿੱਲ ਵਾਪਸ ਲੈਣੇ ਪਏ। ਇਸੇ ਤਰ੍ਹਾਂ ਹੀ ਜਿਹੜੀ ਮਜਬੂਰੀ ਬਣੂਗੀ, ਇਸੇ ਤਰ੍ਹਾਂ ਮਜਬੂਰੀ ਜਿਹੜੀ ਆ ਉਹ ਬਣਾਉਣੀ ਪੈਣੀ ਹੈ ਸਰਕਾਰਾਂ ਦੀ, ਤਾਂ ਜੋ ਇੱਕ ਜਿਹੜਾ ਪਬਲਿਕ ਪ੍ਰੈਸ਼ਰ ਗਰੁੱਪ ਕ੍ਰੀਏਟ ਕਰਨਾ ਪਊਗਾ। ਜੀ। ਤਾਂ ਉਹਦੇ ਲਈ ਜਾਗਰੂਕ ਹੋਣਾ ਤੇ ਫੌਰੀ ਹੱਲ ਕਰਨ ਦੀ ਤੁਰੰਤ ਲੋੜ ਹੈਗੀ ਹੈ। ਜਿਹੜਾ ਸੰਪਰਕ ਨੰਬਰ ਹੈ ਉਹ ਸਰੋਤੇ ਜਿਹੜੇ ਨੇ ਉਹ ਨੋਟ ਕਰ ਲੈਣ, 08427101699। ਮੈਂ ਅੰਗਰੇਜ਼ੀ ਦੇ ਵਿੱਚ ਵੀ ਬੋਲ ਦੇਣਾ, 08427101699। ਸੋ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਜਿਹੜੇ ਵੀ ਸਰੋਤੇ, ਔਰ ਸਾਨੂੰ ਖੁਸ਼ੀ ਹੋਊਗੀ ਜੇਕਰ ਸਰੋਤੇ ਸੰਪਰਕ ਕਰਦੇ ਨੇ। ਜੀ, ਤੇ ਇਹਨਾਂ ਦਾ ਫੇਸਬੁੱਕ ਤੇ YouTube ਤੇ ਵੀ ਜਿਹੜਾ ਐਗਰੀਕਲਚਰ ਇਨਵਾਇਰਨਮੈਂਟ ਅਵੇਅਰਨੈਸ ਸੈਂਟਰ ਨਾਮ ਤੋਂ ਪੇਜ ਹੈ, ਤੇ ਤੁਸੀਂ ਉੱਥੋਂ ਵੀ ਸਾਰੀ ਜਾਣਕਾਰੀ ਤੇ ਬੜੀ ਹੀ ਸਟੀਕ ਵਿਦ ਗ੍ਰਾਫਸ ਤੇ ਵਿਦ ਹੀ ਪੁਖਤਾ ਅੰਕੜੇ ਤੁਸੀਂ ਉੱਥੋਂ ਜਿਹੜੀ ਆ ਜਾਣਕਾਰੀ ਹਾਸਲ ਕਰ ਸਕਦੇ ਹੋ। ਤੇ ਪ੍ਰੋਫੈਸਰ ਸਾਹਿਬ, ਜਾਂਦੇ ਜਾਂਦੇ ਜਿਹੜੀ ਤੁਸੀਂ ਹੁਣੇ ਬਹੁਤ ਹੀ ਵੈਲਿਡ ਪੁਆਇੰਟ ਚੱਕਿਆ, ਤਾਂ ਕਿਉਂਕਿ ਸਾਡੇ ਸਰੋਤੇ ਵੀ ਨਾ ਵੀ ਕਹਿੰਦੇ ਨੇ ਹੁੰਦੇ ਵੀ ਘੇਰਨ ਨੂੰ ਵੀ ਰਹਿੰਦੇ ਨੇ, ਤਾਂ ਕਈ ਵਾਰ ਪੰਜਾਬੀਆਂ ਦੀ ਇੱਕ ਆਦਤ ਹੈ, ਤਾਂ ਇਹ ਮੁੱਦਾ ਜ਼ਰੂਰ ਉਹ ਕਰ ਸਕਦੇ ਨੇ। ਤਾਂ ਮੈਂ ਇੱਥੇ ਆਪਣੇ ਸਾਰੇ ਦਰਸ਼ਕਾਂ ਨੂੰ ਕਰ ਸਕਾਂ ਵੀ ਇੱਕ ਆਮ ਜੋ ਦਰਦੀ, ਜੋ ਚਿੰਤਕ ਨੇ ਪੰਜਾਬ ਦੇ, ਉਹ ਜੋ ਸਟੈਪ ਪੱਟ ਸਕਦੇ ਨੇ, ਜੋ ਐਫਰਟ ਉਹ ਕਰ ਸਕਦੇ ਨੇ, ਉਹ ਕਰ ਰਹੇ ਨੇ। ਬਿਕੋਜ਼ ਜਿਹੜੇ ਐਫਰਟ ਜੇ ਦਰਿਆਈ ਪਾਣੀਆਂ ਦੀ ਗੱਲ ਹੈ ਅਸੀਂ ਸਾਰੇ ਹੀ ਸਮਝਦੇ ਹਾਂ, ਪਰ ਉਹਦੇ ਲਈ ਅਸੀਂ ਪ੍ਰਸ਼ਾਸਨਿਕ ਜੋ ਸਾਡੇ ਨੁਮਾਇੰਦੇ ਹੁੰਦੇ ਨੇ,
ਜੋ ਸਾਡੇ ਲੀਡਰਸ ਹੁੰਦੇ ਨੇ, ਅਸੀਂ ਜਦੋਂ ਉਹਨਾਂ ਨੂੰ ਚੁਣ ਕੇ ਭੇਜਦੇ ਹਾਂ ਤਾਂ ਇਹ ਜ਼ਿੰਮੇਵਾਰੀ ਅਸੀਂ ਉਹਨਾਂ ਦੇ ਮੋਢਿਆਂ ਤੇ ਧਰਦੇ ਹਾਂ, ਬਿਕੋਜ਼ ਉਹ ਕੋਰਟ ਕਚਹਿਰੀ ਤੇ ਸਰਕਾਰਾਂ ਤੱਕ ਦੀ ਜਿਹੜੀ ਗੱਲ ਹੈ ਉਹ ਵੱਖ-ਵੱਖ ਸਟੇਟਸ ਦੇ ਮੁੱਦੇ ਨੇ, ਤਾਂ ਸਟੇਟਸ ਕਲੈਸ਼ ਹੁੰਦੀਆਂ ਨੇ, ਹੋ ਵੀ ਰਹੀਆਂ ਨੇ ਪੰਜਾਬ ਹਰਿਆਣੇ ਦਾ ਮੁੱਦਾ, ਤਾਂ ਉਹ ਜਿਹੜੇ ਆਮ ਲੋਕ ਨੇ, ਜੋ ਚਿੰਤਕ ਨੇ, ਉਹ ਜੋ ਐਫਰਟਸ ਕਰ ਰਹੇ ਨੇ, ਤਾਂ ਉਹ ਬਿਲਕੁਲ ਹੈ ਜਿਵੇਂ ਪ੍ਰੋਫੈਸਰ ਸਾਹਿਬ ਨੇ ਦੱਸਿਆ, ਇਹ ਵੇਗ ਨੂੰ, ਇਸ ਚਿੰਤਾ ਨੂੰ ਜਦੋਂ ਅਸੀਂ ਪੂਰੇ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਜਗਾ ਦਾਂਗੇ ਤਾਂ ਬਿਲਕੁਲ ਸਾਰਾ ਪੰਜਾਬ ਇਕੱਠਾ ਹੋ ਕੇ ਇਸ ਮੁੱਦੇ ਦੇ ਉੱਤੇ ਚਰਚਾ ਕਰੂਗਾ, ਬਿਕੋਜ਼ ਮੁੱਦੇ ਉਦੋਂ ਤੱਕ ਜਿਉਂਦੇ ਰਹਿੰਦੇ ਨੇ ਸਮਾਜ ਦੇ ਵਿੱਚ ਜਦੋਂ ਤੱਕ ਉਹਨਾਂ ਤੇ ਚਰਚਾ ਹੁੰਦੀ ਰਹਿੰਦੀ ਹੈ ਤੇ ਗੰਭੀਰਤਾ ਨਾਲ ਹੁੰਦੀ ਰਹਿੰਦੀ ਹੈ। ਤਾਂ ਸਾਡਾ ਅੱਜ ਦਾ ਜਿਹੜਾ ਮਕਸਦ ਹੈ ਤੇ ਸਾਡਾ ਫਰਜ਼ ਹੈ ਤਾਂ ਇਹੀ ਹੈ ਵੀ ਅਸੀਂ ਸਾਰੇ ਲੋਕਾਂ ਨੂੰ ਇਹ ਚਿੰਤਾ ਤੋਂ ਜਾਣੂ ਕਰਾ ਸਕੀਏ, ਆਉਣ ਵਾਲੇ ਸਮੇਂ ਦੇ ਜੋ ਸੰਕਟ ਹੈ ਉਹ ਤੋਂ ਜਾਣੂ ਕਰਾ ਸਕੀਏ, ਤਾਂ ਕਿ ਇਹ ਜਿਹੜੀ ਇੱਕ ਵੇਗ ਹੈ, ਇਹ ਜਿਹੜਾ ਇੱਕ ਕਾਫਲਾ ਹੈ, ਇਹ ਵੱਡਾ ਹੋ ਕੇ ਇਸ ਮੁੱਦੇ ਦੇ ਉੱਤੇ ਇਕਾਗਰ ਹੋ ਕੇ, ਇਕੱਤਰ ਹੋ ਕੇ ਸੋਚ ਵਿਚਾਰ ਕਰੇ ਤੇ ਇਹ ਮੁੱਦੇ, ਜਿਵੇਂ ਅਸੀਂ ਹਰ ਇੱਕ ਮੁੱਦਾ ਜਦੋਂ ਹਾਈਲਾਈਟ ਹੁੰਦਾ ਹੈ ਤਾਂ ਉਹ ਹੱਲ ਕਰਨਾ ਵੀ ਸਰਕਾਰਾਂ ਦੀ ਮਜਬੂਰੀ ਹੋ ਜਾਂਦੀ ਹੈ ਤੇ ਉਹਨਾਂ ਤੇ ਬੋਲਣਾ ਵੀ ਸਰਕਾਰਾਂ ਦੀ ਮਜਬੂਰੀ ਹੋ ਜਾਂਦੀ ਹੈ। ਤਾਂ ਅਸੀਂ ਇਸ ਸਟੈਪ ਨੂੰ ਅੱਗੇ ਪੱਟਦੇ ਹੋਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਚੰਗੇ ਉਹਦੇ ਕਦਮਾਂ ਦੀ ਉਮੀਦ ਕਰ ਸਕਦੇ ਆ। ਤਾਂ ਅੰਤ ਦੇ ਵਿੱਚ ਪ੍ਰੋਫੈਸਰ ਸਾਹਿਬ, ਕੋਈ ਵੀ ਇਦਾਂ ਦੀ ਗੱਲ ਕੋਈ ਰਹਿ ਗਈ ਹੋਵੇ ਜਾਂ ਤੁਸੀਂ ਪਲੀਜ਼ ਆਪਣੇ ਵੱਲੋਂ ਇੱਕ ਮੈਸੇਜ ਸਾਡੇ ਸਰੋਤਿਆਂ ਨੂੰ ਆਪਣੀ ਅੱਜ ਦੀ ਗੱਲਬਾਤ ਪ੍ਰਤੀ ਜ਼ਰੂਰ ਦਿਓ ਤੇ ਉਸ ਤੋਂ ਬਾਅਦ ਆਪਾਂ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਜੀ। ਜਿਹੜੀ ਸਾਨੂੰ ਸਭ ਤੋਂ ਵੱਡੀ ਜਿਹੜੀ ਤੇ ਸਭ ਤੋਂ ਜ਼ਰੂਰੀ ਗੱਲ ਤਾਂ ਜਿਹੜੀ ਤੁਸੀਂ ਕਰੀ ਹੈ ਕਿ ਸਭ ਤੋਂ ਜ਼ਰੂਰੀ ਇਹੀ ਹੈ ਕਿ ਲੋਕ ਪਾਣੀ ਦੀਆਂ ਸਮੱਸਿਆਵਾਂ ਦੇ ਬਾਰੇ ਜਾਗਰੂਕ ਹੋਣ ਤੇ ਇਹਨਾਂ ਦੇ ਹੱਲ ਦੇ ਲਈ ਜਥੇਬੰਦ ਹੋਣ। ਜਿੰਨੀ ਦੇਰ ਤੱਕ ਜਾਗਰੂਕ ਨਹੀਂ ਹੋਣਗੇ ਉਨੀ ਦੇਰ ਤੱਕ ਪਬਲਿਕ ਪ੍ਰੈਸ਼ਰ ਨਹੀਂ ਬਣੇਗਾ, ਤਾਂ ਜਿੰਨੀ ਦੇਰ ਤੱਕ ਇੱਕ ਪ੍ਰੈਸ਼ਰ ਨਹੀਂ ਬਣੂਗਾ ਉਨੀ ਦੇਰ ਤੱਕ ਹੱਲ ਜਿਹੜੇ ਨੇ, ਖਾਸ ਕਰਕੇ ਜਿਹੜੇ ਰਾਜਨੀਤਿਕ ਪੱਧਰ ਤੇ ਹੋਣੇ ਨੇ, ਉਹਨਾਂ ਦੀ ਸੰਭਾਵਨਾ ਘਟ ਜਾਂਦੀ ਹੈ। ਔਰ ਜਿਹੜੀ ਆਪਣੇ ਤੌਰ ਤੇ ਕੀਤੇ ਜਾਣ ਵਾਲੇ ਉਦਮ ਨੇ, ਉਹ ਮੈਂ ਆਸ ਕਰਦਾ ਕਿ ਕਿਉਂਕਿ ਨਿਊਜ਼ੀਲੈਂਡ ਦੇ ਵਿੱਚ ਵਿਸ਼ੇਸ਼ ਤੌਰ ਤੇ ਬ੍ਰਾਡਕਾਸਟ ਹੋ ਰਿਹਾ ਇਸ ਵੇਲੇ, ਨਿਊਜ਼ੀਲੈਂਡ ਦੇ NRI ਵੀਰ ਵੱਡੀ ਗਿਣਤੀ ਦੇ ਵਿੱਚ ਮੈਂ ਆਸ ਕਰਦਾ, ਤੇ ਜਿਹੜੇ ਵੀਰ ਪੰਜਾਬ ਦੇ ਵਿੱਚ ਇਸ ਪ੍ਰੋਗਰਾਮ ਨੂੰ ਦੇਖਣਗੇ, ਮੈਂ ਉਹਨਾਂ ਤੇ ਵੱਡੀ ਆਸ ਕਰਦਾ ਕਿ ਵੱਡੀ ਗਿਣਤੀ ਦੇ ਵਿੱਚ ਉਹ ਅੱਗੇ ਆਉਣਗੇ ਤੇ ਸਾਡੇ ਤੱਕ ਇਹ ਜਾਣਕਾਰੀ ਪਹੁੰਚੇਗੀ ਕਿ ਝੋਨੇ ਦੇ ਹੇਠ ਰਕਬਾ ਸਾਡੇ ਜਾਗਰੂਕ ਵੀਰਾਂ ਨੇ ਘਟਾਇਆ ਆ, ਔਰ ਨਾਲ ਹੀ ਰੁੱਖਾਂ ਦੇ ਹੇਠ ਰਕਬਾ ਜਿਹੜਾ ਪੰਜਾਬ ਦਾ, ਉਹ ਉਹਨਾਂ ਦੇ ਉਦਮਾਂ ਦੇ ਨਾਲ ਵਧਿਆ ਆ। ਚੰਗਾ ਹੈ। ਔਰ ਜਿਹੜੀ ਪ੍ਰਦੂਸ਼ਣ ਦੀ ਗੱਲ ਆਪਾਂ ਕਰੀ ਸੀਗੀ, ਜਿਹੜੀ ਰਹਿ ਗਈ ਸੀਗੀ, ਇਸ ਵੇਲੇ ਜਿਸ ਤਰ੍ਹਾਂ ਲੁਧਿਆਣੇ ਦਾ ਬੁੱਢਾ ਨਾਲਾ ਹੈ ਜਾਂ ਕਾਲਾ ਸੰਘਿਆ ਡਰੇਨ ਆ, ਹੋਰ ਬਹੁਤ ਸਾਰੇ ਐਸੇ ਇਲਾਕੇ ਹਨ ਜਿਨ੍ਹਾਂ ਦੇ ਵਿੱਚ ਪ੍ਰਦੂਸ਼ਣ ਜਾਂ ਜਿਨ੍ਹਾਂ ਨੇ ਪਾਣੀ ਅਨਟਰੀਟ ਕਰਕੇ ਹੀ ਫੈਕਟਰੀਆਂ ਦੇ ਵੱਲੋਂ ਉਹਨਾਂ ਦੇ ਵਿੱਚ ਸੁੱਟਿਆ ਜਾਂਦਾ, ਜਿਹਦੇ ਕਰਕੇ ਬਹੁਤ ਸਾਰੇ ਲੋਕਾਂ ਨੂੰ ਕੈਂਸਰ, ਦਿਲ ਦਾ ਰੋਗ ਜਾਂ ਕਾਲੇ ਪੀਲੀਏ ਵਰਗੀਆਂ ਬਿਮਾਰੀਆਂ ਮੰਨੀਆਂ ਗਈਆਂ ਨੇ। ਤਾਂ ਉਹਦੇ ਲਈ ਵੀ ਕੱਲ ਨੂੰ ਸਰਕਾਰਾਂ ਦੀ ਇਹ ਮਜਬੂਰੀ ਬਣਾਈ ਜਾਵੇ ਕਿ ਜਿਹੜਾ ਬੁੱਢਾ ਦਰਿਆ ਆ ਜਾਂ ਜਿਹੜੀ ਕਾਲਾ ਸੰਘਿਆ ਡਰੇਨ ਆ ਜਾਂ ਜਿਹੜੀਆਂ ਵੀ ਹੋਰ ਹਨ, ਉਹਨਾਂ ਦੇ ਵਿੱਚ ਅਨਟਰੀਟਡ ਪਾਣੀ ਨਾ ਪਵੇ। ਉਹ ਸਰਕਾਰਾਂ ਦੀ ਮਜਬੂਰੀ ਲੋਕਾਂ ਨੇ ਬਣਾਉਣੀ ਆ। ਅਦਰਵਾਈਜ਼ ਸਰਕਾਰਾਂ ਦਾ ਕੀ ਹੈ, ਉਹਨਾਂ ਨੇ ਤਾਂ ਕਹਿਣਾ ਕਿ ਠੀਕ ਹੈ ਚੱਲੀ ਜਾਂਦਾ ਆ, ਤਾਂ ਕਾਰਪੋਰੇਟ ਜਗਤ ਦੀ ਉਹਨਾਂ ਨੂੰ ਸਪੋਰਟ ਚਾਹੀਦੀ ਹੁੰਦੀ ਹੈ। ਸਰਕਾਰਾਂ ਦੀ ਮਜਬੂਰੀ, ਚਾਹੇ ਉਹ ਪੋਲਿਊਸ਼ਨ ਵਾਲਾ ਹੈ, ਪਾਣੀ ਦੇ ਪ੍ਰਦੂਸ਼ਣ ਵਾਲੀ ਗੱਲ ਹੈ, ਚਾਹੇ ਪਾਣੀ ਦੇ ਪੱਧਰ ਨੂੰ ਉੱਪਰ ਚੱਕਣ ਦੀ ਗੱਲ ਹੈ, ਜਿੱਥੇ ਸਰਕਾਰਾਂ ਦੇ ਨਾਲ ਚੱਲ ਕੇ ਜਿਹੜਾ ਕਦਮ ਉਹ ਚੰਗਾ ਚੁੱਕਦੇ ਨੇ ਉਸਦੀ ਸ਼ਲਾਘਾ ਕਰਨੀ ਬਣਦੀ ਹੈ, ਪਰ ਉੱਥੇ ਹੀ ਕੁਝ ਚੀਜ਼ਾਂ ਦੇ ਲਈ ਉਹਨਾਂ ਨੂੰ ਮਜਬੂਰ ਕਰਨਾ ਵੀ ਬਣਦਾ, ਕਿਉਂਕਿ ਸਾਡੇ ਨੁਮਾਇੰਦੇ ਨੇ, ਅਸੀਂ ਚੁਣ ਕੇ ਭੇਜੇ ਨੇ, ਤਾਂ ਲੋਕਾਂ ਦੀ ਗੱਲ ਸੁਣਨ ਦੇ ਲਈ ਉਹਨਾਂ ਨੂੰ ਮਜਬੂਰ ਕਰਨਾ ਪਏਗਾ। ਤਾਂ ਲੋਕਾਂ ਤੋਂ ਵੱਡੀ ਆਸ ਹੈ ਜਿਹੜੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਨੇ ਕਿ ਅਸੀਂ ਉਹਨਾਂ ਦੇ ਵੱਡੇ ਉਦਮਾਂ ਦੇ ਬਾਰੇ ਤੁਹਾਡੇ ਚੈਨਲ ਦੇ ਥਰੂ ਦੁਆਰੇ ਸੁਣਾਂਗੇ। ਮੈਂ ਇਹ ਵੱਡੀ ਆਸ ਕਰਦਾ। ਜੀ ਜ਼ਰੂਰ ਜ਼ਰੂਰ ਪ੍ਰੋਫੈਸਰ ਸਾਹਿਬ, ਅਸੀਂ ਤੁਹਾਡੇ ਨਾਲ ਇੱਕ ਕਦਮ ਤੋਂ ਬਾਅਦ ਵੀ ਅੱਗੇ ਪੂਰਾ ਚੱਲਣ ਦੀ ਕੋਸ਼ਿਸ਼ ਕਰਾਂਗੇ, ਬਿਕੋਜ਼ ਇਹ ਇੱਕ ਇਨਸਾਨੀਅਤ ਦਾ ਫਰਜ਼ ਹੈ, ਇਹ ਸਾਡੀ ਹੋਂਦ ਦਾ ਸਵਾਲ ਹੈ। ਸਾਡੇ ਪੰਜਾਬ ਦੀ ਜਦੋਂ ਤੱਕ ਧਰਤੀ ਜਰਖੇਜ਼ ਸੁਰਜੀਤ ਰਹੇਗੀ ਤਾਂ ਉਹ ਆਬਾਦ ਰਹੇਗੀ, ਤਾਂ ਉੱਥੇ ਰਹਿਣ ਵਾਲੇ ਆਬਾਦ ਰਹਿਣਗੇ, ਉੱਥੇ ਦਾ ਕਿੱਤਾ ਆਬਾਦ ਰਹੂਗਾ। ਤਾਂ ਇਸ ਕਾਮਨਾ ਦੇ ਨਾਲ ਵੀ ਹਰ ਪੰਜਾਬੀ ਇਸ ਚੀਜ਼ ਤੋਂ ਪੂਰੀ ਤੇ ਸਟੀਕ ਜਾਣਕਾਰੀ ਹਾਸਲ ਕਰਕੇ ਆਪਣੇ ਬੱਚਿਆਂ ਨੂੰ ਵੀ, ਆਪਣੇ ਬਜ਼ੁਰਗਾਂ ਨੂੰ ਵੀ, ਆਪਣੇ ਆਂਢ ਗੁਆਂਢ ਆਲੇ ਦੁਆਲੇ ਨੂੰ ਵੀ ਇਸ ਵਿਸ਼ੇ ਦੇ ਉੱਤੇ, ਕਿਉਂਕਿ ਅਸੀਂ ਜਦੋਂ ਵੀ ਕਿਤੇ ਬੈਠਦੇ ਹਾਂ ਚਰਚਾ ਕਿਸੇ ਨਾ ਕਿਸੇ ਟੌਪਿਕ ਤੇ ਜ਼ਰੂਰ ਕਰਦੇ ਹਾਂ, ਤਾਂ ਇਹਨੂੰ ਵੀ ਅਸੀਂ ਆਪਣੀ ਇੱਕ ਚਰਚਾ ਦਾ ਹਿੱਸਾ ਬਣਾਈਏ। ਤਾਂ ਉਮੀਦ ਕਰਦੇ ਹਾਂ ਪੰਜਾਬ ਦੇ ਸਾਰੇ ਹੀ ਵਸਨੀਕਾਂ ਤੋਂ ਤੇ NRIs ਤੋਂ ਜੋ ਵੀ ਅੱਜ ਸਾਡੇ ਪ੍ਰੋਗਰਾਮ ਸੁਣ ਰਹੇ ਨੇ, ਤਾਂ ਤੁਹਾਨੂੰ ਅੱਜ ਦੀ ਟਾਕ ਹੈ ਜਿਹੜੀ ਉਹ ਚੰਗੀ ਲੱਗੀ ਹੋਵੇਗੀ।
ਤਾਂ ਆਪਣੇ ਜੋ ਵੀ ਵਿਊਜ਼ ਹੋਣਗੇ ਤਾਂ ਤੁਸੀਂ ਸਾਡੇ ਕਮੈਂਟ ਬਾਕਸ ਦੇ ਵਿੱਚ ਜਾਂ ਸਾਡੇ ਫੇਸਬੁੱਕ ਪੇਜ ਦੇ ਰੇਡੀਓ ਸਪਾਈਸ ਤੇ ਦੇ ਸਕਦੇ ਹੋ। ਤਾਂ ਕੋਈ ਇਨਫੋਰਮੇਸ਼ਨ ਹੋਵੇ, ਕੋਈ ਵੀ ਕਿਸੇ ਵੀ ਤਰੀਕੇ ਦਾ ਕੋਈ ਸੁਝਾਅ ਹੋਵੇ ਤਾਂ ਵੈਲਕਮ ਹੈ। ਤਾਂ ਅਗਲੀ ਲੜੀ ਦੇ ਵਿੱਚ ਇਸੇ ਹੀ ਪ੍ਰੋਗਰਾਮ ਦੇ ਨਾਲ ਆਪਣੇ ਐਗਰੀਕਲਚਰ ਤੇ ਐਨਵਾਇਰਨਮੈਂਟ ਅਵੇਅਰਨੈਸ ਸੈਂਟਰ ਦੇ ਨਾਲ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਫਿਰ ਅਗਲੇ ਹਫਤੇ ਰੂਬਰੂ ਹੋਵਾਂਗੇ। ਤਾਂ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਜੀ, ਰੱਬ ਰੱਖਾ। ਬਹੁਤ ਧੰਨਵਾਦ। Subscribe now and press the bell icon. Never miss an update.